ਉਹਨੂੰ ਸਿਰਫ ਇਸ ਲਈ ਮਾਰਤਾ ਗਿਆ ਕਿ ਉਹਨੇ ਸਹੀ ਗੱਲ ਕੀਤੀ। ਕੀ ਮਤਲਬ ਫਿਰ ਆਪਾਂ ਕੀ ਫੇਲ ਆ ਜੀ, ਸਾਰੀ ਫੇਲ ਬਹੁਤ ਵੱਡਾ ਬੇਰੀਅਰ ਹੈ। ਉਹਨਾਂ ਨੇ ਇਕੱਲੇ ਇੱਕ ਬੰਦੇ ਦਾ ਕਤਲ ਨਹੀਂ ਕੀਤਾ, ਉਹਨੇ ਹਜ਼ਾਰਾਂ ਲੱਖਾਂ ਸਿੱਖਾਂ ਦੀ ਭਾਵਨਾਵਾਂ ਨਾਲ ਖਿਡਾਰ ਕੀਤਾ। ਸਿੰਘ ਸਾਡਾ ਜਿਹੜਾ ਮਾਰਿਆ ਗਿਆ ਨਾ, ਉਹਦਾ ਸਾਨੂੰ ਪੂਰਾ ਇਨਸਾਫ ਚਾਹੀਦਾ। ਪੂਰੇ ਬੰਦੇ ਜਿੰਨੇ ਉਹ 12-13 ਜਿੰਨੇ ਵੀ ਗੁੰਡੇ ਆ, ਉਹ 20 ਸਾਲ ਲਈ ਜਾਂ ਫਾਂਸੀ ਤੱਕ ਉਹਨਾਂ ਨੂੰ ਚਾਹੀਦੀ ਸਜ਼ਾ। ਇਹ ਸਾਡੀ ਮੰਗ ਹੈ। ਸਵਾਗਤ ਹੈ ਪੀਟੀਸੀ ਨਿਊਜ਼ ਦੇ ਵਿਚਾਰ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ, ਤੁਸੀਂ ਦੇਖ ਰਹੇ ਹੋ ਗਿਲਕੋ ਪ੍ਰੈਜ਼ੈਂਟਸ ਵਿਚਾਰ ਤਕਰਾਰ, ਔਰ ਇੱਕ ਖਾਸ ਮੁੱਦਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ। ਅੱਜ ਕੋਈ ਪੋਲੀਟਿਕਸ ਦੀ ਗੱਲ ਨਹੀਂ, ਅੱਜ ਕੋਈ ਸਿਆਸਤ ਦੀ ਗੱਲ ਨਹੀਂ, ਕੋਈ ਹੋਰ ਇੱਧਰ ਉੱਧਰ ਦੀ ਗੱਲ ਨਹੀਂ। ਅੱਜ ਦਾ ਮੁੱਦਾ ਬੇਹੱਦ ਖਾਸ। ਅੱਜ ਦਾ ਮੁੱਦਾ ਬੇਹੱਦ ਖਾਸ ਆ ਕਿਉਂਕਿ ਜੋ ਅੱਜ ਮੁੱਦਾ ਅਸੀਂ ਚੁੱਕਣ ਜਾ ਰਹੇ ਹਾਂ ਉਹਦੇ ਲਈ ਸਾਨੂੰ ਸਭ ਨੂੰ ਸੋਚਣਾ ਪੈਣਾ, ਨਹੀਂ ਤਾਂ ਗੱਲ ਹੱਥੋਂ ਬਾਹਰ ਜਾਂਦਿਆਂ ਵਕਤ ਨਹੀਂ ਲੱਗਣਾ। ਵੈਸੇ ਗੱਲ ਹੱਥੋਂ ਬਾਹਰ ਜਾਂਦੀ ਹੋਈ ਨਜ਼ਰ ਵੀ ਆ ਰਹੀ ਆ। ਪਿਛਲੇ ਕੁਝ ਸਮੇਂ ਤੋਂ ਕੁਝ ਅਜਿਹੀਆਂ ਘਟਨਾਵਾਂ ਹੋਈਆਂ ਜਿਸ ਨੇ ਸਾਨੂੰ ਸਭ ਨੂੰ ਝੰਜੋੜ ਕੇ ਰੱਖ ਦਿੱਤਾ। ਭਾਵੇਂ ਉਹ ਅਨੰਦਪੁਰ ਸਾਹਿਬ ਦੇ ਵਿੱਚ ਸ਼ਰੇਆਮ ਹੋਏ ਗੁਰਸਿੱਖ ਦੇ ਕਤਲ ਦੀ ਗੱਲ ਹੋਵੇ, ਜਾਂ ਮਨੀਕਰਨ ਸਾਹਿਬ ਦੇ ਵਿੱਚ ਹੁੜਦੰਗ ਦੀ ਗੱਲ ਹੋਵੇ, ਜਾਂ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਮੌਤ ਦੇ ਘਾਟ ਉਤਾਰੇ ਗਏ ਇੱਕ ਨੌਜਵਾਨ ਦੀ ਗੱਲ ਹੋਵੇ। ਇਹਨਾਂ ਸਾਰੀਆਂ ਘਟਨਾਵਾਂ ਦੇ ਵਿੱਚ ਕੁਝ ਗੱਲਾਂ ਸਮਾਂਤਰ ਨਜ਼ਰ ਆਈਆਂ। ਗੁੱਸਾ, ਅਸਹਿਣਸ਼ੀਲਤਾ ਤੇ ਹੁੜਦੰਗ। ਬੁਲਟ ਮੋਟਰਸਾਈਕਲਾਂ ਤੇ ਪਟਾਕੇ ਪਾਉਂਦੇ ਨੌਜਵਾਨ, ਟਰੈਕਟਰਾਂ ਗੱਡੀਆਂ ਦੇ ਵਿੱਚ ਉੱਚੀ ਗਾਣੇ ਲਾ ਕੇ ਤੇਜ਼ ਰਫ਼ਤਾਰ ਦੇ ਵਿੱਚ ਇਹ ਸਭ ਕੁਝ ਚਲਾਉਂਦੇ ਨੌਜਵਾਨ ਇਸ ਤਰ੍ਹਾਂ ਲੱਗਦਾ ਕਿ ਪੂਰੀ ਤਰ੍ਹਾਂ ਦੇ ਨਾਲ ਬੇਲਗਾਮ ਹੋ ਚੁੱਕੇ ਨੇ। ਅਸੀਂ ਹਰ ਰੋਜ਼ ਅਰਦਾਸ ਦੇ ਵਿੱਚ ਕਹਿੰਦੇ ਹਾਂ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ। ਪਰ ਇਹ ਸਭ ਕੁਝ ਹੁਣ ਮਨਫੀ ਹੁੰਦਾ ਜਾ ਰਿਹਾ। ਇਹ ਜ਼ਿੰਮੇਵਾਰੀ ਕਿਸੇ ਇੱਕ ਦੀ ਨਹੀਂ ਹੈ, ਸਾਡੀ ਸਭ ਦੀ ਹੈ, ਔਰ ਇਹ ਜ਼ਿੰਮੇਵਾਰੀ ਆਪਣੇ ਘਰਾਂ ਤੋਂ ਹੀ ਸ਼ੁਰੂ ਹੁੰਦੀ ਹੈ। ਸੋ ਅੱਜ ਦੀ ਸਾਡੀ ਖਾਸ ਪੇਸ਼ਕਸ਼ ਬੇਲਗਾਮ ਜਵਾਨੀ। ਜੀ ਹਾਂ, ਬੇਲਗਾਮ ਜਵਾਨੀ। ਅੱਜ ਇੱਕ ਕਰਕੇ ਕੁਝ ਅਜਿਹੀਆਂ ਘਟਨਾਵਾਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਜੋ ਸਾਨੂੰ ਸੋਚਣ ਲਈ ਮਜਬੂਰ ਕਰ ਦੇਣਗੀਆਂ ਕਿ ਸਾਡੀ ਅੱਜ ਦੀ ਨੌਜਵਾਨੀ ਤੇ ਜਵਾਨੀ ਜਾ ਕਿੱਧਰ ਹੋ ਰਹੀ ਹੈ। ਬੇਸ਼ੱਕ ਇਸ ਪ੍ਰੋਗਰਾਮ ਨੂੰ ਦੇਖਣ ਤੋਂ ਬਾਅਦ ਬਹੁਤ ਕੁਝ ਸਾਨੂੰ ਸੁਣਨਾ ਵੀ ਪਵੇ, ਬਹੁਤ ਸਵਾਲ ਵੀ ਸਾਡੇ ਤੋਂ ਚੁੱਕੇ ਜਾਣ, ਪਰ ਅਸੀਂ ਇਹ ਆਪਣੀ ਜ਼ਿੰਮੇਵਾਰੀ ਸਮਝਦੇ ਹਾਂ ਕਿ ਜਿੱਥੇ ਅਸੀਂ ਗਲਤ ਹਾਂ ਸਵਾਲ ਚੁੱਕਣਾ ਬਣਦਾ। ਜਿੱਥੇ ਸਾਨੂੰ ਸਵੈ ਪੜਚੋਲ ਦੀ ਲੋੜ ਹੈ ਉੱਥੇ ਸਾਨੂੰ ਸਵੈ ਪੜਚੋਲ ਕਰਨੀ ਪਏਗੀ, ਨਹੀਂ ਤਾਂ ਗੱਲ ਹੱਥੋਂ ਬਾਹਰ ਚਲੀ ਜਾਏਗੀ। ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਜੋ ਹਾਦਸਾ ਹੋਇਆ, ਜੋ ਘਟਨਾ ਹੋਈ, ਉਸਨੇ ਸਾਨੂੰ ਸਭ ਨੂੰ ਝੰਜੋੜ ਕੇ ਰੱਖ ਦਿੱਤਾ। ਇੱਕ ਨੌਜਵਾਨ, ਇੱਕ PR ਨੌਜਵਾਨ, ਕੈਨੇਡਾ ਦਾ PR ਨੌਜਵਾਨ ਹੋਲਾ ਮਹੱਲਾ ਮਨਾਉਣ ਦੇ ਲਈ ਅਨੰਦਪੁਰ ਸਾਹਿਬ ਆਉਂਦਾ ਹੈ ਔਰ ਉਹ ਬਾਣਾ ਸਜਾ ਲੈਂਦਾ। ਉਹ ਬਾਣਾ ਜਿਹੜਾ ਦਸਮ ਪਾਤਸ਼ਾਹ ਨੇ ਦਿੱਤਾ, ਉਸ ਬਾਣੇ ਦੇ ਵਿੱਚ ਉਸ ਨੌਜਵਾਨ ਦਾ ਕਤਲ ਕਰ ਦਿੱਤਾ ਜਾਂਦਾ ਹੈ। ਉਸ ਨੌਜਵਾਨ ਦਾ ਕਤਲ ਸਿਰਫ ਇਸ ਲਈ ਕਰ ਦਿੱਤਾ ਜਾਂਦਾ ਹੈ ਕਿਉਂਕਿ ਉਸਨੇ ਹੁੜਦੰਗ ਕਰਦੇ ਹੋਏ ਕੁਝ ਨੌਜਵਾਨਾਂ ਨੂੰ ਰੋਕਿਆ। ਉਸਨੇ ਮਨਾ ਕੀਤਾ ਕਿ ਟਰੈਕਟਰ ਤੇ ਉੱਚੀ ਗਾਣੇ ਨਾ ਲਗਾਓ। ਉਸਨੇ ਮਨਾ ਕੀਤਾ ਕਿ ਇਹ ਪਾਵਨ ਪਵਿੱਤਰ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ, ਇੱਥੇ ਹੁੜਦੰਗ ਦੀ ਕੋਈ ਲੋੜ ਨਹੀਂ, ਕੋਈ ਜ਼ਰੂਰਤ ਨਹੀਂ ਹੈ। ਪਰ ਹੁੜਦੰਗ ਕਰਨ ਵਾਲਿਆਂ ਨੇ ਨਸੀਹਤ ਲੈਣ ਦੀ ਬਜਾਏ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਸੇ ਦੇ ਸ਼ਸਤਰ ਦੇ ਨਾਲ ਉਸ ਨੂੰ ਬੁਰੀ ਤਰ੍ਹਾਂ ਵਿੰਨ ਦਿੱਤਾ। ਔਰ ਹੈਰਾਨਗੀ ਦੀ ਗੱਲ ਇਹ ਹੈ ਕਿ ਹਜ਼ਾਰਾਂ ਲੋਕਾਂ ਦੀ ਮੌਜੂਦਗੀ ਦੇ ਵਿੱਚ ਉਹ ਗੁਰਸਿੱਖ ਨੌਜਵਾਨ ਮਾਰਿਆ ਜਾਂਦਾ ਹੈ। ਹੁੜਦੰਗ ਕਰਨ ਵਾਲੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਨੇ। ਇਹ ਉਹ ਪਾਵਨ ਤੇ ਪਵਿੱਤਰ ਧਰਤੀ ਹੈ ਜਿੱਥੋਂ ਹੰਕਾਰ ਭਰੀ ਗਈ ਸੀ ਕਿ ਅਸੀਂ ਅਨਿਆਂ ਦੇ ਖਿਲਾਫ ਲੜਨਾ, ਅਨਿਆਂ ਨਾ ਕਰਨਾ, ਅਨਿਆਂ ਨਾ ਹੁੰਦਾ ਹੋਇਆ ਦੇਖਣਾ, ਨਾ ਸਹਿਣ ਕਰਨਾ। ਪਰ ਇਹ ਅਨਿਆਂ ਹੁੰਦਾ ਰਿਹਾ, ਅਸੀਂ ਦੇਖਦੇ ਰਹੇ, ਅਸੀਂ ਸਹਿਣ ਕਰਦੇ ਰਹੇ। ਇਹ ਅਨਿਆਂ ਹੋਇਆ ਅਨੰਦਪੁਰ ਸਾਹਿਬ ਦੀ ਧਰਤੀ ਤੇ, ਔਰ ਹੁੜਦੰਗ ਕਰਨ ਵਾਲੇ ਉਹਨਾਂ ਨੌਜਵਾਨਾਂ ਨੇ ਇਸ ਗੁਰਸਿੱਖ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਤੁਸੀਂ ਇਹ ਸੋਚੋ ਕਿ ਇਹ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਦਿਖਾਈਆਂ ਨੇ, ਇਹ ਵੇਖ ਕੇ ਤੁਹਾਡੀ ਵੀ ਰੂਹ ਕੰਬਦੀ ਹੈ ਤੇ ਉਹਨਾਂ ਮਾਂ-ਬਾਪ ਤੇ ਕੀ ਬੀਤਦੀ ਹੋਏਗੀ ਜਿਨ੍ਹਾਂ ਦੇ ਇਹ ਘਰ ਦਾ ਪੁੱਤ ਸੀਗਾ ਕਿ ਉਸ ਪੁੱਤਰ ਨੂੰ ਪਹਿਲਾਂ ਤਾਂ ਕਿਰਚਾਂ ਮਾਰ-ਮਾਰ ਕੇ ਵਿੰਨ ਦਿੱਤਾ ਗਿਆ। ਜਦੋਂ ਉਹ ਗਿਰ ਜਾਂਦਾ ਤਾਂ ਉਸ ਦੇ ਬਾਵਜੂਦ ਉਸ ਦੇ ਪੱਥਰ ਇੱਟਾਂ ਮਾਰੇ ਜਾ ਰਹੇ ਸੀਗੇ। ਘਰ ਦੇ ਵੈਣ ਪਾਉਂਦੇ ਦੇਖੇ ਨਹੀਂ ਜਾ ਸਕਦੇ। ਹਾਲੇ ਤੱਕ ਇਸ ਦਾ ਸੰਸਕਾਰ ਨਹੀਂ ਕੀਤਾ ਗਿਆ। ਜਦ ਤੱਕ ਹੁੜਦੰਗ ਵਾਲੇ ਗ੍ਰਿਫਤਾਰ ਨਹੀਂ ਹੁੰਦੇ, ਜਦ ਤੱਕ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ, ਅਸੀਂ ਸੰਸਕਾਰ ਨਹੀਂ ਕਰਾਂਗੇ। ਇਹ ਪਰਿਵਾਰਕ ਮੈਂਬਰ ਕਹਿੰਦੇ। ਇਹ ਮੇਰੀ ਬੇਟੀ ਦੀ ਮੈਰਿਜ ਸੀ। ਇਹ 29 ਅਗਸਤ ਨੂੰ ਆਇਆ ਕੈਨੇਡਾ ਤੋਂ PR ਹੋ ਕੇ ਪਹਿਲੀ ਵਾਰੀ, ਔਰ ਆ ਕੇ ਤੇ ਫਿਰ
ਥੋੜਾ ਟਾਈਮ ਇੱਥੇ ਕੋਈ ਕੋਰਸ ਕਰਦਾ ਸੀ ਜਲੰਧਰ। ਅਜੇ ਉੱਥੋਂ 20 ਤਰੀਕ ਨੂੰ ਆਏ ਨੇ, ਆ ਕੇ ਪਟਨਾ ਸਾਹਿਬ ਗਏ, ਦਰਸ਼ਨ ਕਰਕੇ ਆਏ ਨੇ। ਹੁਣ ਹੋਲੇ ਮਹੱਲੇ ਤੇ ਗਿਆ ਪਰਸੋਂ ਦਸੂਏ ਕੋ ਮੁੰਡਾ ਸੀ, ਉਹਦੇ ਕੋਲ ਰਾਤ ਰਹਿ ਕੇ ਤੇ ਸਵੇਰੇ ਉਹ ਉੱਥੋਂ ਗਏ ਨੇ। ਕੱਲ ਸਵੇਰੇ ਗਏ ਨੇ, ਸ਼ਾਮੀ ਕੋਈ ਸ਼ਰਾਰਤੀ ਅਨਸਰ ਸੀ, ਇਹ ਬਾਜ਼ਾਰ ਗਿਆ ਸੀ। ਉੱਥੇ ਉਹਨਾਂ ਨੇ ਅਸ਼ਲੀਲ ਗਾਣੇ ਲਾ ਕੇ ਪਟਾਕੇ ਮਰਵਾਉਂਦੇ। ਕਿਸੇ ਨੂੰ ਇੰਨੀ ਗੱਲ ਕਹੀ, ਤੁਸੀਂ ਗੁਰੂ ਘਰ ਆਏ ਹੋ, ਕੋਈ ਚੱਜ ਦੇ ਗਾਣੇ ਲਾਓ, ਤੁਸੀਂ ਕੀ ਲੈਣ ਆਏ ਹੋ, ਕਿਹੜੀ ਜਗ੍ਹਾ ਤੇ ਆਏ ਹੋ। ਉਹ ਜਵਾਨ ਭੜਕ ਕੇ ਇਹਦੇ ਗਲ ਪੈ ਗਏ। 15-20 ਜਣਿਆਂ ਨੇ ਉਹਨੂੰ ਪਾ ਕੇ ਕੋ ਕੇ ਮਾਰਿਆ। ਮੇਰੇ ਪੁੱਤ ਦੇ ਕਿਰਚ ਮਾਰ ਤੋਂ ਡਿੱਗੇ ਤੋਂ ਬਾਅਦ ਵੀ ਉਹਨੂੰ ਪੱਥਰ ਮਾਰਦੇ ਰਹੇ ਨੇ, ਲੱਤਾਂ ਮਾਰਦੇ, ਗਾਲਾਂ ਕੱਢਦੇ ਰਹੇ ਨੇ। ਆਏ ਮੈਂ ਕੀ ਕਰਾਂ ਗੱਲਾਂ, ਆਏ ਸਾਡੇ ਪੁੱਤਰ ਦਾ ਕਸੂਰ ਦੱਸਣ ਵੀ ਕਸੂਰ ਕੀ ਆ। ਆਏ ਰੱਬਾ ਓਏ, ਆਏ ਰੱਬਾ, ਰੱਬ ਸਰਕਾਰ ਕੋਲ ਇਨਸਾਫ ਮੰਗਣਾ ਕਿ ਸਾਡੇ ਪੁੱਤ ਦੀ ਗਲਤੀ ਦੱਸੋ ਕੀ ਆ। ਹੁਣ ਤੱਕ ਦੀ ਤਫਤੀਸ਼ ਵਿੱਚ ਜਿਹੜਾ ਅਕਿਊਜ਼ਡ ਹੈਗਾ ਉਹ ਆਇਡੈਂਟੀਫਾਈ ਹੋ ਚੁੱਕਾ ਹੈਗਾ। ਨਿਰੰਜਨ ਸਿੰਘ ਪਿੰਡ ਨਨੌਤੀ ਨੂਰਪੁਰ ਬੇਦੀ ਦਾ ਰਹਿਣ ਵਾਲਾ ਲੜਕਾ ਹੈ, ਜਿਹਦੇ ਨਾਲ ਕਿ ਇਹਦੀ ਲੜਾਈ ਹੋਈ, ਜਿਸ ਕਰਕੇ ਕਿ ਇਹ ਲੜਕਾ ਪ੍ਰਦੀਪ ਸਿੰਘ ਜਿਹੜੀ ਹੈਗਾ ਇਹਦੀ ਡੈਥ ਹੋਈ ਹੈ। ਇੱਥੇ ਮੈਂ ਕਲੈਰੀਫਾਈ ਕਰਨਾ ਚਾਹਾਂਗਾ ਵੀ ਜਿਹੜਾ ਪ੍ਰਦੀਪ ਸਿੰਘ ਹੈਗਾ, ਇਹਨੇ ਉਸ ਸਮੇਂ ਦੇ ਉੱਪਰ, ਜਿਸ ਸਮੇਂ ਲੜਾਈ ਹੁੰਦੀ ਹੈ ਉਸ ਟਾਈਮ ਦੇ ਉੱਪਰ ਇੱਕ ਨਿਹੰਗ ਦਾ ਬਾਣਾ ਪਾਇਆ ਹੋਇਆ ਸੀਗਾ। ਇਹ ਵੈਸੇ ਅਦਰਵਾਈਜ਼ ਇੱਕ ਇਹਦੀ PR ਹੈਗੀ ਹੈ, ਇਹ ਕੈਨੇਡਾ ਤੋਂ ਵਾਪਸ ਆਇਆ ਸੀ, ਫਰਵਰੀ ਵਿੱਚ ਹੀ ਵਾਪਸ ਆਇਆ। ਪ੍ਰਦੀਪ ਸਿੰਘ ਉਹ ਨੌਜਵਾਨ ਜਿਹੜਾ PR ਸੀ ਕੈਨੇਡਾ ਦਾ, ਉਹ ਹੋਲੇ ਮਹੱਲੇ ਤੇ ਆਉਂਦਾ ਹੈ, ਬਾਣਾ ਸਜਾਉਂਦਾ ਹੈ ਔਰ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਆਉਂਦਾ ਹੈ। ਔਰ ਉਸ ਦਾ ਸਿਰਫ ਰੋਸ ਇਹ ਸੀਗਾ, ਉਸ ਦਾ ਕਸੂਰ ਸਿਰਫ ਇੰਨਾ ਸੀ ਕਿ ਉਹਨੇ ਉਹਨਾਂ ਨੌਜਵਾਨਾਂ ਨੂੰ ਇਹ ਕਿਹਾ ਕਿ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ, ਇੱਥੇ ਇੱਦਾਂ ਦੀ ਗੱਲ ਨਹੀਂ ਹੋਣੀ ਚਾਹੀਦੀ। ਪਰ ਅਸਹਿਣਸ਼ੀਲਤਾ ਹੈ ਕਿੱਥੇ ਹੈ? ਅਸਹਿਣਸ਼ੀਲਤਾ ਦੀ ਹੱਦ ਪੂਰੀ ਮੁੱਕ ਗਈ ਹੈ। ਮੈਂ ਜਿਸ ਤਰ੍ਹਾਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਅਸੀਂ ਹਰ ਰੋਜ਼ ਅਰਦਾਸ ਦੇ ਵਿੱਚ ਕਹਿੰਦੇ ਹਾਂ ਕਿ ਵਿਵੇਕ ਦਾਨ ਦਿੱਤਾ ਜਾਵੇ, ਸਾਨੂੰ ਵਿਸਾਹ ਦਾਨ ਦਿੱਤਾ ਜਾਵੇ, ਪਰ ਉਹ ਸਾਰੀਆਂ ਚੀਜ਼ਾਂ ਹੁਣ ਗੁਰਸਿੱਖ ਦੀ ਜ਼ਿੰਦਗੀ ਦੇ ਵਿੱਚੋਂ ਮਨਫੀ ਹੁੰਦੀਆਂ ਜਾ ਰਹੀਆਂ ਨੇ। ਇੱਕ ਹੋਰ ਤਸਵੀਰ ਤੁਹਾਨੂੰ ਦਿਖਾਉਂਦੇ ਹਾਂ ਕਿ ਉਸ ਨੌਜਵਾਨ ਨੂੰ ਜਦੋਂ ਮਾਰਿਆ ਕੁੱਟਿਆ ਜਾਂਦਾ ਤਾਂ ਇੱਕ ਐਂਬੂਲੈਂਸ ਉਸਦੇ ਕੋਲੋਂ ਨਿਕਲ ਰਹੀ ਹੈ। ਐਂਬੂਲੈਂਸ, ਲੋਕਾਂ ਨੇ ਸੋਚਿਆ ਕਿ ਉਸ ਨੂੰ ਲੈਣ ਆਈਏ, ਪਰ ਐਂਬੂਲੈਂਸ ਉਸਦੇ ਕੋਲੋਂ ਨਿਕਲ ਜਾਂਦੀ ਹੈ। ਪੁਲਿਸ ਵਾਲੇ ਐਂਬੂਲੈਂਸ ਨੂੰ ਹੱਥ ਵੀ ਦਿੰਦੇ ਨੇ, ਪਰ ਐਂਬੂਲੈਂਸ ਰੁਕਣ ਦੀ ਬਜਾਏ ਅੱਗੇ ਚਲੀ ਜਾਂਦੀ ਹੈ ਔਰ ਉਹ ਨੌਜਵਾਨ ਸੜਕ ਤੇ ਪਿਆ ਤੜਫ ਰਿਹਾ ਹੁੰਦਾ, ਉਸ ਦੀ ਮਦਦ ਕਰਨ ਲਈ ਕੋਈ ਨਹੀਂ ਅੱਗੇ ਆਉਂਦਾ। ਮੇਰਾ ਸਵਾਲ ਉਹਨਾਂ ਲੋਕਾਂ ਤੇ ਤਾਂ ਹੈ ਹੀ ਹੈ ਜਿਹੜੇ ਲੋਕਾਂ ਨੇ ਇਹ ਸਾਰੇ ਘਟਨਾਕ੍ਰਮ ਨੂੰ ਅੰਜਾਮ ਦਿੱਤਾ, ਪਰ ਮੇਰਾ ਵੱਡਾ ਸਵਾਲ ਉਹਨਾਂ ਲੋਕਾਂ ਤੇ ਵੀ ਹੈ ਜੋ ਇਹ ਸਭ ਕੁਝ ਦੇਖਦੇ ਰਹੇ, ਉੱਥੇ ਖੜ ਕੇ ਦੇਖਦੇ ਰਹੇ ਤਮਾਸ਼ਾ ਕਿ ਇੱਕ ਨੌਜਵਾਨ ਨੂੰ, ਇੱਕ ਗੁਰਸਿੱਖ ਨੌਜਵਾਨ ਨੂੰ ਕੋ ਕੇ ਮਾਰਿਆ ਜਾਂਦਾ ਰਿਹਾ। ਇੱਕ ਤਸਵੀਰ ਤੁਹਾਨੂੰ ਹੋਰ ਦਿਖਾਉਣਾ ਚਾਹੁੰਦੇ ਹਾਂ, ਕੰਪੈਰੀਜ਼ਨ ਨਹੀਂ ਕਰ ਰਹੇ, ਪਰ ਇਹ ਤਸਵੀਰ ਤੁਹਾਨੂੰ ਹਲੂਣਾ ਜ਼ਰੂਰ ਦੇਗੀ। ਇਹ ਇੱਕ ਤਸਵੀਰ ਹੈ 1984 ਸਿੱਖ ਕਤਲੇਆਮ ਦੀ, ਜਿੱਥੇ ਇੱਕ ਗੁਰਸਿੱਖ ਨੌਜਵਾਨ ਭੱਜ ਰਿਹਾ ਤਾਂ ਉਹਦੇ ਪਿੱਛੇ ਭੀੜ ਪਈ ਹੈ, ਉਹਨੂੰ ਮਾਰ ਰਹੀ ਹੈ। ਇੱਕ ਤਸਵੀਰ ਅਨੰਦਪੁਰ ਸਾਹਿਬ ਦੀ ਹੈ, ਲਗਭਗ ਉਵੇਂ ਦੀ ਸੇਮ ਤਸਵੀਰ ਹੈ ਕਿ ਇੱਕ ਗੁਰਸਿੱਖ ਨੌਜਵਾਨ ਜਾ ਰਿਹਾ ਤਾਂ ਉਹਦੇ ਪਿੱਛੇ ਭੀੜ ਪਈ ਹੈ ਤਾਂ ਉਸ ਨੂੰ ਮਾਰ ਰਹੀ ਹੈ। ਕੀ ਫਰਕ ਰਹਿ ਗਿਆ ਫਿਰ? ਕੀ ਫਰਕ ਰਹਿ ਗਿਆ 1984 ਸਿੱਖ ਕਤਲੇਆਮ ਦੇ ਵਿੱਚ ਤੇ ਇਹਦੇ ਵਿੱਚ ਕਿ ਤੁਸੀਂ ਕਿਸੇ ਗੁਰਸਿੱਖ ਨੂੰ ਕੋ ਕੇ ਮਾਰਦੇ ਹੋ? ਕਿੱਥੇ ਹੈ ਵਿਵੇਕ, ਕਿੱਥੇ ਹੈ ਸਹਿਣਸ਼ੀਲਤਾ? ਇਹ ਇੱਕ ਵੱਡਾ ਸਵਾਲ ਸਾਡੇ ਸਾਰਿਆਂ ਦੇ ਸਾਹਮਣੇ ਜ਼ਰੂਰ ਖੜਾ ਹੋਇਆ ਕਿ ਕਦੋਂ ਅਸੀਂ ਜਾਗਾਂਗੇ, ਕਦੋਂ ਅਸੀਂ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਾਂਗੇ, ਕਿਉਂਕਿ ਇਹ ਮੁੱਦਾ ਕਾਫੀ ਅਹਿਮ ਹੋ ਗਿਆ। ਇਹਦੇ ਲਈ ਇੱਕ ਪੋਸਟਰ ਵੀ ਜਾਰੀ ਕੀਤਾ ਗਿਆ, ਕੁਝ ਲੋਕਾਂ ਵੱਲੋਂ ਇਹ ਪੋਸਟਰ ਜਾਰੀ ਕੀਤਾ ਗਿਆ ਕਿ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਏਗਾ ਜੋ ਵੀ ਇਸ ਨੌਜਵਾਨ ਦਾ ਕਤਲ ਕਰਨ ਵਾਲੇ ਦਾ ਥੂ ਟਿਕਾਣਾ ਦੱਸੇਗਾ, ਪਤਾ ਦੱਸੇਗਾ, ਉਸ ਨੂੰ ਅਸੀਂ ਇਨਾਮ ਦੇਵਾਂਗੇ। ਪਰ ਸਵਾਲ ਸਿਰਫ ਇੱਥੇ ਹੀ ਖਤਮ ਨਹੀਂ ਹੋ ਜਾਂਦਾ। ਸਵਾਲ ਇਹ ਜ਼ਰੂਰ ਖੜਾ ਹੁੰਦਾ ਕਿ ਅਜਿਹੀ ਨੌਬਤ ਆਈ ਕਿਉਂ, ਅਜਿਹੇ ਹਾਲਾਤ ਬਣੇ ਕਿਉਂ? ਸਾਡੇ ਨਾਲ ਗੱਲਬਾਤ ਕਰਨ ਦੇ ਲਈ ਦੋ ਖਾਸ ਮਹਿਮਾਨ ਨੇ। ਇਸ ਪੂਰੇ ਮੁੱਦੇ ਤੇ ਨਾਨ ਪੋਲੀਟੀਕਲ ਡਿਬੇਟ ਅਸੀਂ ਲੈ ਕੇ ਹਾਜ਼ਰ ਹੋਏ ਹਾਂ, ਇਸ ਕਰਕੇ ਦੋ ਮਾਹਰ ਅਸੀਂ ਬੁਲਾਏ ਨੇ ਜਿਹੜੇ ਇਹ ਸਾਨੂੰ ਸਮਝਾ ਸਕਣਗੇ ਕਿ ਸਾਡੀ ਨੌਜਵਾਨੀ ਨੂੰ ਹੁੰਦਾ ਕੀ ਜਾ ਰਿਹਾ, ਉਹ ਜਿਹੜੀਆਂ ਪਰੰਪਰਾਵਾਂ ਸੀ, ਉਹ ਜਿਹੜਾ ਸੱਭਿਆਚਾਰ ਸੀ, ਉਸ ਤੋਂ ਅਸੀਂ ਬੇਮੁਖ ਕਿਉਂ ਹੁੰਦੇ ਜਾ ਰਹੇ ਹਾਂ। ਡਾਕਟਰ ਇੰਦਰਜੀਤ ਸਿੰਘ ਗੋਗੋਆਣੀ ਸਾਹਿਬ ਮੌਜੂਦ ਨੇ, ਸਿੱਖ ਮਸਲਿਆਂ ਦੇ ਮਾਹਰ ਨੇ। ਪ੍ਰੋਫੈਸਰ ਦਮਨ ਸੰਧੂ ਜੀ ਮਨੋਵਿਗਿਆਨਿਕ ਨੇ ਪੰਜਾਬੀ ਯੂਨੀਵਰਸਿਟੀ ਦੇ, ਉਹ ਵੀ ਸਾਡੇ ਨਾਲ ਮੌਜੂਦ ਨੇ। ਬਹੁਤ ਬਹੁਤ ਸਵਾਗਤ ਹੈ ਦੋਵੇਂ ਮਹਿਮਾਨਾਂ ਦਾ ਇਸ ਪੂਰੀ ਵਿਚਾਰ ਚਰਚਾ ਦੇ ਵਿੱਚ। ਬੜਾ ਗੰਭੀਰ ਮਸਲਾ ਹੈਗਾ। ਗੋਗੋਆਣੀ ਸਾਹਿਬ, ਅੱਜ ਜਥੇਦਾਰ ਸਾਹਿਬ ਹੋਰਾਂ ਨੇ ਵੀ ਆਪਣਾ ਭਾਸ਼ਣ ਦਿੱਤਾ, ਸਪੀਚ ਦਿੱਤੀ, ਕੱਲ ਤੁਸੀਂ ਸੁਣਿਆ ਹੋਏਗਾ। ਨੌਜਵਾਨਾਂ ਬਾਰੇ ਵੀ ਉਹਨਾਂ ਨੇ ਗੱਲਬਾਤ ਕੀਤੀ, ਆਪਾਂ ਉਹ ਵੀ ਵਿੱਚ ਸੁਣਾ ਦਾਂਗੇ। ਪਰ ਮੈਂ ਇੱਕ ਗੱਲ ਤੁਹਾਡੇ ਤੋਂ ਜ਼ਰੂਰ ਸਮਝਣਾ ਚਾਹੁੰਦਾ, ਜੋ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਵਿਵੇਕ ਦਾਨ, ਇਹ ਸਾਰੀਆਂ ਚੀਜ਼ਾਂ ਹੁਣ ਤੁਹਾਨੂੰ ਲੱਗਦਾ ਕਿ ਮਨਫੀ ਹੁੰਦੀਆਂ ਜਾ ਰਹੀਆਂ ਨੇ। ਅਸੀਂ ਘੱਟੋ ਘੱਟ ਗੁਰਧਾਮਾਂ ਤੇ ਜਾਣ ਲੱਗਿਆਂ ਤਾਂ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰ ਸਕਦੇ ਹਾਂ। ਅੱਜ ਤੁਸੀਂ ਹੋਲੇ ਮਹੱਲੇ ਦੀ ਇੱਕ ਉਦਾਹਰਨ ਲੈ ਲਓ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਤੁਸੀਂ ਟਰੈਕਟਰ ਦੇਖੇ ਹੋਣੇ ਨੇ ਜਿਸ ਤੇ ਉੱਚੀ ਉੱਚੀ ਗਾਣੇ ਨਾਲ ਸੀ, ਧਾਰਮਿਕ ਗੀਤ ਲਾਏ ਜਾਂਦੇ ਨੇ।
ਇਦਾਂ ਸਜਾ ਸਜੂ ਕੇ ਲੈ ਕੇ ਆਇਆ ਜਾਂਦਾ ਕਿ ਚਲੋ ਇੱਕ ਵਿਰਸਾ ਤਾਂ ਹੈ ਹੀ ਹੈ ਸਾਡਾ, ਪਰ ਕੀ ਇਹਨਾਂ ਚੀਜ਼ਾਂ ਤੋਂ ਗੁਰੇਜ਼ ਨਹੀਂ ਕੀਤਾ ਜਾਣਾ ਚਾਹੀਦਾ? ਇੱਕ ਨੌਜਵਾਨ ਗੁਰਸਿੱਖੀ ਬਾਣੇ ਦੇ ਵਿੱਚ ਕਤਲ ਕਰ ਦਿੱਤਾ ਜਾਂਦਾ ਹੈ, ਹਜ਼ਾਰਾਂ ਦੀ ਭੀੜ ਦੇ ਵਿੱਚ ਕਤਲ ਕਰ ਦਿੱਤਾ ਜਾਂਦਾ ਹੈ, ਇਹ ਸਾਡੇ ਮੂੰਹ ਤੇ ਇੱਕ ਚਪੇੜ ਨਹੀਂ ਹੈ? ਦੇਖੋ, ਜਿਹੜੀ ਇਹ ਘਟਨਾ ਵਾਪਰੀ ਹੈ ਅਨੰਦਪੁਰ ਸਾਹਿਬ ਵਿਖੇ, ਇਹਦੀ ਚਾਰ ਚੁਫੇਰਿਓਂ ਨਿੰਦਿਆ ਹੋਈ ਹੈ ਔਰ ਸਾਰਿਆਂ ਨੂੰ ਬਹੁਤ ਵੱਡਾ ਦੁੱਖ ਹੋਇਆ ਕਿ ਜਿਸ ਧਰਤੀ ਦੇ ਉੱਤੇ ਖੁਸ਼ੀ ਦੇ ਨਾਲ, ਉਮਾਦ ਤੇ ਚਾਉ ਦੇ ਨਾਲ ਹੋਲਾ ਮਹੱਲਾ ਦੇ ਕਈ ਦਿਨ ਦੇ ਸਮਾਗਮ ਜਿਹੜੇ ਹੈ ਉਹ ਅਲੀਕੇ ਜਾਂਦੇ ਆ, ਮਾਣੇ ਜਾਂਦੇ ਆ, ਦੇਖੇ ਜਾਂਦੇ ਆ, ਤਾਂ ਉਹਦੇ ਵਿੱਚ ਇਹ ਜਿਹੜੀ ਘਟਨਾ, ਕਿਉਂਕਿ ਮੈਂ ਤਕਰੀਬਨ ਇੱਕ ਦਿਨ ਪਹਿਲਾਂ ਅੰਮ੍ਰਿਤਸਰ ਸਾਹਿਬ ਤੋਂ ਲੈ ਕੇ ਅਨੰਦਪੁਰ ਸਾਹਿਬ ਤੱਕ ਸਫ਼ਰ ਕੀਤਾ, ਕਿਸੇ ਕਾਰਜ ਲਈ ਮੈਂ ਗਿਆ, ਇਸੇ ਸੰਬੰਧ ਵਿੱਚ ਹੀ, ਸਮਾਗਮਾਂ ਦੇ ਸੰਬੰਧ ਵਿੱਚ। ਮੈਂ ਜੇ ਦੋਵੇਂ ਪੱਖ ਲਵਾਂ ਜੀ ਤਾਂ ਅੰਮ੍ਰਿਤਸਰ ਤੋਂ ਲੈ ਕੇ ਅਨੰਦਪੁਰ ਸਾਹਿਬ ਤੱਕ ਬਹੁਤ ਵੱਡਾ ਨੌਜਵਾਨ ਵਰਗ ਜਾਂ ਸਾਡੀਆਂ ਸੰਗਤਾਂ ਜਾਂ ਸਾਡੇ ਬੱਚੇ ਬੱਚੀਆਂ, ਉਹਨਾਂ 'ਚ ਸੇਵਾ ਭਾਵਨਾ ਦੀ ਵੀ ਇੰਤਹਾ ਕਿ ਉਹਨਾਂ ਨੇ ਹਰ ਜਗ੍ਹਾ ਤੇ ਅੱਗੇ ਵੱਧ ਕੇ ਸੇਵਾ ਵੀ ਕਰਦੇ ਆ। ਇਹ ਇੱਕ ਉਹਨਾਂ ਨੂੰ ਮੁਬਾਰਕ ਵੀ ਹੈ। ਇੱਕ ਇਹਦਾ ਜਿਹੜਾ ਦੂਜਾ ਪੱਖ ਹੈ, ਜਿਹੜਾ ਸਾਡਾ ਅੱਜ ਪੰਜਾਬ ਦਾ ਦਰਦ ਬਣਦਾ ਜਾ ਰਿਹਾ ਹੈ, ਜਾਂ ਕਹੋ ਕਿ ਸਾਡੇ ਧਾਰਮਿਕ ਜਿਹੜੇ ਜੋੜ ਮੇਲੇ, ਜਿੱਥੋਂ ਅਸੀਂ ਕੁਝ ਸਿੱਖਿਆ ਲੈ ਕੇ ਵੀ ਆਉਣੀ ਸੀ, ਉਹਨੂੰ ਹਜੂਮ ਦਾ ਜਿਹੜਾ ਰੂਪ ਦਿੱਤਾ ਜਾ ਰਿਹਾ, ਜਾਂ ਜਿਹੜਾ ਬਣ ਰਿਹਾ ਹੈਗਾ ਸਾਡੇ ਲੋਕਾਂ 'ਚ, ਕਿ ਇੱਥੋਂ ਲੈ ਕੇ ਅਨੰਦਪੁਰ ਸਾਹਿਬ ਤੱਕ ਆਉਂਦਿਆਂ ਜਾਂਦਿਆਂ, ਮਤਲਬ ਜਿਹੜੀ ਮੰਡੀਰ ਕਹਿ ਲਓ, ਜਾਂ ਇੰਨੇ ਜਿਵੇਂ ਉਹ ਬੜੀ ਤੇਜ਼ੀ ਨਾਲ ਮੋਟਰਸਾਈਕਲ ਤੇ ਉੱਚੀਆਂ ਉੱਚੀਆਂ ਆਵਾਜ਼ਾਂ। ਹਾਂ, ਮੈਂ ਫੇਰ ਕਹਿੰਦਾ ਕਿ ਚੰਗੇ ਲੋਕ ਵੀ ਬਹੁਤ ਮਿਲੇ, ਪਰ ਇਸ ਤਰ੍ਹਾਂ ਦੇ ਜਿਹੜੇ ਵਰਗ ਉਹ ਮਿਲਿਆ ਜਿਨ੍ਹਾਂ ਨੂੰ ਦੇਖ ਕੇ ਲੱਗਦਾ ਹੈ ਕਿ ਇਹਨਾਂ ਨੂੰ ਨਾ ਅਨੰਦਪੁਰ ਸਾਹਿਬ ਦਾ ਪਤਾ, ਨਾ ਹੋਲਾ ਮਹੱਲਾ ਦਾ ਪਤਾ ਹੈ, ਬਿਲਕੁਲ ਨਾ ਸਿੱਖ ਇਤਿਹਾਸ ਦਾ ਪਤਾ ਹੈ, ਨਾ ਸਰਬੱਤ ਦੇ ਭਲੇ ਦਾ ਕੋਈ ਗਿਆਨ ਹੈ। ਇਹ ਜਿਸ ਤਰ੍ਹਾਂ ਕਿਸੇ ਕਹਿ ਲਓ ਵੀ ਗਾਉਣ ਵਾਲੀ ਦਾ ਅਖਾੜਾ ਸੁਣ ਚੱਲੇ ਨੇ, ਜਾਂ ਕਿਸੇ ਸ਼ਰਾਬ ਦੇ ਮੇਲੇ ਵਾਲੇ ਮੇਲੇ ਤੇ ਚੱਲੇ ਨੇ, ਇਹਨਾਂ ਦੀ ਮਾਨਸਿਕਤਾ ਉੱਥੇ ਦੀ ਉੱਥੇ ਹੀ ਖੜੀ ਹੈ। ਹੁਣ ਇਹ ਸਾਡਾ ਜੋ ਵਰਤਾਰਾ ਹੋਇਆ ਜੀ, ਇਹ ਨਿੰਦਾਜਨਕ ਤਾਂ ਹੈ ਹੀ ਹੈ, ਅਸੀਂ ਸਭ ਨਿੰਦਿਆ ਕਰਦੇ ਹਾਂ, ਪਰ ਇਹਦੇ ਪਿਛੋਕੜ ਵਿੱਚ ਕਿ ਇਹ ਜਿਹੜਾ ਵਰਗ ਹੈ, ਕਿਉਂਕਿ ਕੱਲ ਕਈਆਂ ਨੇ ਫੋਟੋਆਂ ਵੱਖ-ਵੱਖ ਸ਼ਸਤਰ ਪਕੜ ਕੇ, ਸ਼ਸਤਰਬੀਨ ਰਿਵਾਲਵਰ ਪਕੜੇ ਨੇ, ਮੋਨੇ ਬੱਚੇ ਨੇ, ਸਿਰਾਂ ਤੇ ਨਿੱਕੀਆਂ ਨਿੱਕੀਆਂ ਕੋਈ ਪਟਕੀਆਂ ਬੱਦੀਆਂ ਨੇ, ਪਰ ਜਿਹੜਾ ਲੋਫਰਪੁਣਾ, ਜਿਹਨੂੰ ਸਰਲ ਸ਼ਬਦਾਂ 'ਚ ਕਹੋ ਕਿ ਧਾਰਮਿਕ ਸਥਾਨ ਦੀ ਇੱਕ ਮਰਜ਼ਾਦਾ ਹੈ, ਇੱਕ ਉੱਥੋਂ ਦੀ ਨਿਯਮਾਵਲੀ ਹੈ ਕਿ ਸ਼ਰਧਾ ਭਾਵਨਾ ਦੇ ਨਾਲ ਗੁਰੂ ਦੇ ਘਰ ਜਾਣਾ। ਜਾਣ ਵਾਲੇ ਵੀ ਬਹੁਤ ਨੇ, ਐਸੀ ਗੱਲ ਨਹੀਂ, ਦੁਨੀਆ 'ਚ ਕਿਸੇ ਚੀਜ਼ ਦਾ ਕਾਲ ਨਹੀਂ ਪੈਂਦਾ, ਪਰ ਕਿਉਂਕਿ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ, ਤਾਂ ਉਹਦੇ ਵਿੱਚ ਜਿਹੜੇ ਇਸ ਤਰ੍ਹਾਂ ਦਾ ਵਰਗ ਜਿਹੜਾ ਸ਼ਮੂਲੀਅਤ ਕਰਦਾ ਹੈ। ਮੈਨੂੰ ਪਤਾ ਹੈ ਕਿ ਅੱਜ ਕੱਲ੍ਹ ਇੱਕ ਦੋ ਬੱਚੇ ਨੇ, ਜਿਹੜਾ ਸਾਡੇ ਪੰਜਾਬ ਨੇ ਸਭ ਤੋਂ ਵੱਧ ਆਬਾਦੀ 'ਚ ਕੰਟਰੋਲ ਪੰਜਾਬ ਨੇ ਕੀਤਾ, ਤੇ ਜਿਹੜਾ ਕਿਸੇ ਨੂੰ ਝਿੜਕਣਾ ਨਹੀਂ ਆ ਬਚਪਨ ਤੋਂ ਲੈ ਕੇ, ਜਾਂ ਉਹਨਾਂ ਦੇ ਸੰਸਕਾਰ ਨਹੀਂ ਹੈਗੇ, ਜਾਂ ਕਿਸੇ ਨੇ ਪ੍ਰੇਰਿਆ ਹੀ ਨਹੀਂ ਹੈ, ਜਾਂ ਉਹਨਾਂ ਦੀ ਅਕਲ ਦਾ ਹਿੱਸਾ ਹੀ ਨਹੀਂ ਬਣਿਆ ਕਿ ਧਰਮ ਸਥਾਨ ਤੇ ਜਾਣ ਦਾ ਤੇ ਆਮ ਮੇਲਿਆਂ 'ਚ ਜਾਣ ਦਾ ਬਹੁਤ ਵੱਡਾ, ਵੈਸੇ ਤਾਂ ਆਮ ਮੇਲਾ ਵੀ ਹੋਵੇ, ਤੇ ਸਾਡੀ ਆਮ ਮੇਲੇ ਵਿੱਚ ਵੀ ਜ਼ਿੰਮੇਵਾਰੀ ਆ ਕਿ ਕਿੱਥੇ ਪੰਜਾਬ ਗੁਰਾਂ ਦੇ ਨਾਂ ਤੇ ਜਿਉਂਦਾ, ਤੇ ਅਸੀਂ ਲੋਕਾਂ ਦੀ ਪੱਤ ਦੇ ਰਾਖੇ ਆ, ਸੰਗਤ ਪੰਗਤਾਂ ਸਜਦੀਆਂ ਨੇ, ਤੇ ਕੀ ਇਹ ਜਿਹੜਾ ਵਰਗ ਹੈ, ਜਿਹੜਾ ਇਹਨੂੰ ਪੰਜਾਬੀ 'ਚ ਕਹੋ ਕਿ ਵਿਗੜਿਆ ਹੋਇਆ ਵਰਗ ਹੈ, ਮਤਲਬ ਇਹ ਉਸੇ ਹਜੂਮ ਦੀ ਮਾਨਸਿਕਤਾ ਨਾਲ ਜਾਂਦਾ ਹੈ। ਔਰ ਉਸੇ ਤਰ੍ਹਾਂ ਹੀ ਇਹਨਾਂ ਦੇ ਗੀਤ, ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹਨਾਂ ਸਥਾਨਾਂ ਦੇ ਉੱਤੇ ਤੁਸੀਂ ਸ਼ਬਦ ਲਾਓ, ਵਾਰਾਂ ਲਾਓ, ਗੀਤ ਲਾਓ, ਤੁਹਾਡਾ ਸੁਭਾਅ ਬਦਲੇ। ਔਰ ਜਦੋਂ ਸੁਭਾਅ ਦੇ ਵਿੱਚ ਤਾਂ ਇਹ ਜਿੱਥੇ ਵੀ ਫਿਰਦੇ ਨੇ, ਇਹ ਬੜੀ ਹੜਦੰਗ ਮਚਾਉਣ ਨੂੰ ਫਿਰਦੇ ਨੇ, ਤਾਂ ਮੇਰਾ ਖਿਆਲ ਇਹਨਾਂ ਲੋਕਾਂ ਨੇ ਇਹੋ ਕੁਝ ਹੀ ਵਿਖਾਉਣਾ। ਔਰ ਬੜੀ ਵੱਡੀ ਇਹ ਚਿੰਤਾ ਦਾ ਵਿਸ਼ਾ ਇਸ ਲਈ ਹੈਗਾ ਕਿ ਇਸੇ ਪੰਜਾਬ ਦੀ ਧਰਤੀ ਤੇ, ਜਾਂ ਜਿੱਥੋਂ ਵੀ ਪੰਜਾਬੀ ਆਉਂਦਾ, ਅਕਸਰ ਜਿੱਥੇ ਵੀ ਆਉਂਦਾ, ਤਾਂ ਅਸੀਂ ਅਕਸ਼ ਕੀ ਦੇ ਰਹੇ ਹਾਂ, ਜਾਂ ਸਾਡਾ ਵਿਸ਼ਵ ਨੂੰ ਸੁਨੇਹਾ ਕੀ ਮੈਂ ਉਹਨਾਂ ਲੋਕਾਂ ਤੇ ਵੀ ਇੱਕ ਸਵਾਲ ਉਹਨਾਂ ਲੋਕਾਂ ਤੇ ਵੀ ਹੈ ਜਿਹੜੇ ਸੋ ਕਾਲਡ ਬੁੱਧੀਜੀਵੀ ਨੇ, ਉਹ ਸਵਾਲ ਚੱਕਦੇ ਨੇ, ਜੇ ਇਹੀ ਘਟਨਾ ਜਿਹੜੀ ਅਨੰਦਪੁਰ ਸਾਹਿਬ ਦੇ ਵਿੱਚ ਹੋਈ ਹੈ, ਇਹੀ ਘਟਨਾ ਕਿਸੇ ਹੋਰਲੀ ਸਟੇਟ ਦੇ ਵਿੱਚ ਹੋਈ ਹੁੰਦੀ ਤਾਂ ਅਸੀਂ ਵੱਡੇ ਵੱਡੇ ਝੰਡੇ ਲੈ ਕੇ ਸੜਕਾਂ ਤੇ ਆ ਜਾਂਦੇ ਕਿ ਦੇਖੋ ਸਿੱਖ ਸੁਰੱਖਿਅਤ ਨਹੀਂ ਹੈ, ਘੱਟ ਗਿਣਤੀਆਂ ਸੁਰੱਖਿਅਤ ਨਹੀਂ ਹੈ ਮੁਲਕ ਦੇ ਵਿੱਚ, ਜਿੱਥੇ ਅਸੀਂ ਘੱਟ ਗਿਣਤੀਆਂ ਉੱਥੇ ਹੋ ਰਿਹਾ। ਜੇ ਅੱਜ ਪੰਜਾਬ ਦੇ ਵਿੱਚ ਹੀ ਐਡੀ ਵੱਡੀ ਘਟਨਾ ਹੋ ਜਾਂਦੀ ਹੈ ਤਾਂ ਬਹੁਤੇ ਲੋਕਾਂ ਤੇ ਚੁੱਪੀ ਹੈ, ਮੂੰਹ ਦੇ ਉੱਤੇ ਚੁੱਪੀ ਹੈ, ਉਹ ਇੱਕ ਵੱਡਾ ਸਵਾਲ। ਜਦੋਂ ਇਹੀ ਚੀਜ਼ਾਂ ਬਾਹਰ ਨੈਸ਼ਨਲ ਮੀਡੀਆ ਦਿਖਾਉਂਦਾ ਹੈ ਕਿ ਦੇਖੋ ਪੰਜਾਬ ਦੇ ਵਿੱਚ ਆਹ ਹੋ ਰਿਹਾ, ਪੰਜਾਬ ਦੇ ਵਿੱਚ ਉਹ ਹੋ ਰਿਹਾ, ਅਨੰਦਪੁਰ ਸਾਹਿਬ ਦੇ ਵਿੱਚ ਇਹ ਹੋ ਰਿਹਾ, ਤਾਂ ਬਹੁਤੀ ਸੰਗਤ ਜਿਹੜੀ ਗੁਰੇਜ਼ ਕਰਦੀ ਹੈ ਇਹਨਾਂ ਥਾਵਾਂ ਤੇ ਜਾਣ ਨੂੰ, ਉਹ ਇਸੇ ਕਰਕੇ ਕਰਦੀ ਹੈ ਕਿ ਆਹ ਚੀਜ਼ਾਂ ਹੋ ਰਹੀਆਂ ਨੇ, ਇਹ ਸਾਡੇ ਨਾਲ ਵੀ ਨਾ ਹੋ ਜਾਣ। ਯਕੀਨਨ ਤੌਰ ਤੇ ਕੱਲ ਜਿਹੜਾ
ਜਿਹੜਾ ਵੀ ਗੁਰਸਿੱਖ ਪਰਿਵਾਰਾਂ ਦੇ ਵਿੱਚੋਂ ਉੱਥੇ ਗਿਆ ਹੋਣਾ ਤਾਂ ਉਹਦੇ ਘਰਾਂ ਫੋਨ ਜ਼ਰੂਰ ਆਇਆ ਹੋਣਾ ਕਿ ਚੁੱਪ-ਚੁਪੀਤੇ ਮੱਥਾ ਟੇਕ ਕੇ ਵਾਪਸ ਆ ਜਾਓ, ਕਿਸੇ ਨਾਲ ਕੋਈ ਗੱਲ ਨਹੀਂ ਕਰਨੀ, ਕੋਈ ਲੜਾਈ ਨਹੀਂ ਕਰਨਾ, ਕੋਈ ਝਗੜਾ ਨਹੀਂ ਕਰਨਾ। ਉਹ ਸੰਤੋਖ ਕਿੱਥੇ ਹੈ, ਉਹ ਸਹਿਣਸ਼ੀਲਤਾ ਕਿੱਥੇ ਹੈ? ਇਹ ਇੱਕ ਵੱਡਾ ਸਵਾਲ ਹੈ ਜਿਹਦਾ ਜਵਾਬ ਆਪਾਂ ਪ੍ਰੋਫੈਸਰ ਦਮਨ ਸੰਧੂ ਤੋਂ ਲਾਂਗੇ। ਦਮਨ ਜੀ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਜਿਹੜੀ ਇੱਕ ਸਹਿਣਸ਼ੀਲਤਾ ਦੀ ਭਾਵਨਾ ਹੁੰਦੀ ਹੈ, ਆਮ ਤੌਰ ਤੇ ਅਸੀਂ ਕਹਿੰਦੇ ਹਾਂ ਕਿ ਰੋਡ ਰੇਸ਼ ਦੇ ਬੜੇ ਮਸਲੇ ਹੁੰਦੇ ਨੇ ਕਿ ਲੋਕਾਂ ਦੇ ਵਿੱਚ ਹੁਣ ਸਹਿਣਸ਼ੀਲਤਾ ਨਹੀਂ ਰਹੀ। ਇਸ ਤੋਂ ਇਲਾਵਾ ਜਿਹੜੀ ਅਨੰਦਪੁਰ ਸਾਹਿਬ ਦੀ ਘਟਨਾ ਹੋਈ ਹੈ ਜਾਂ ਹੋਰ ਇੱਕ ਦੋ ਘਟਨਾਵਾਂ ਹੋਈਆਂ, ਤੁਹਾਡੀ ਆਪਣੀ ਯੂਨੀਵਰਸਿਟੀ ਦੇ ਵਿੱਚ ਪਿਛਲੇ ਹਫ਼ਤੇ ਇੰਨੀ ਵੱਡੀ ਘਟਨਾ ਹੋਈ ਹੈ, ਇਹ ਜਿਹੜੀ ਨੌਜਵਾਨੀ ਦੇ ਵਿੱਚ ਸਹਿਣਸ਼ੀਲਤਾ ਦੀ ਘਾਟ ਪਾਈ ਜਾ ਰਹੀ ਹੈ, ਇਹ ਸਾਡੇ ਸਮਾਜ ਦੇ ਲਈ ਕਿੰਨੀ ਕੁ ਵੱਡੀ ਚਿੰਤਾ ਦਾ ਵਿਸ਼ਾ? ਹਰਪ੍ਰੀਤ ਜੀ, ਬਹੁਤ ਅਨਫੋਰਚੂਨੇਟ ਇਨਸੀਡੈਂਟਸ ਹੋਏ ਨੇ ਐਂਡ ਯੂ ਆਰ ਵੈਰੀ ਰਾਈਟ ਇਨ ਸੇਇੰਗ ਕਿ ਅਸੀਂ ਆਪਣੀ ਕੌਮ ਦੇ ਦੁਸ਼ਮਣ ਬਣ ਰਹੇ ਹਾਂ। ਬਾਕੀ ਜਿਹੜੀ ਇਹ ਵਾਇਲੈਂਸ ਜਾਂ ਅਗਰੈਸ਼ਨ ਦੀ ਗੱਲ ਹੈ, ਉਹ ਜਿਹੜਾ ਅਗਰੈਸ਼ਨ ਹੈ ਉਹ ਇੱਕ ਇਨਸਟਿੰਕਟ ਹੈ, ਬਾਇਓਲੋਜੀਕਲ ਇਨਸਟਿੰਕਟ ਹੈ, ਵੀ ਆਰ ਬੋਰਨ ਵਿਦ ਇਟ। ਬਟ ਓਵਰ ਦ ਟਾਈਮ ਸਾਡੀ ਜਿਹੜੀ ਫੈਮਿਲੀ ਹੈ, ਸਾਡੀ ਪਰਵਰਿਸ਼ ਜਿਸ ਤਰ੍ਹਾਂ ਦੀ ਹੁੰਦੀ ਆ, ਜਿਸ ਤਰ੍ਹਾਂ ਦੇ ਮਾਹੌਲ ਵਿੱਚ ਅਸੀਂ ਵੱਧਦੇ ਫੁੱਲਦੇ ਆ, ਅਸੀਂ ਗਰੋ ਅਪ ਕਰਦੇ ਆ, ਉਹ ਇਹਨੂੰ ਰਿਸਟ੍ਰਿਕਟ ਕਰ ਦਿੰਦੀ ਆ, ਇਨਹਿਬਿਟ ਕਰਦੀ ਆ, ਚੈਨਲਾਈਜ਼ ਕਰਦੀ ਆ। ਅਸੀਂ ਆਪਣੀਆਂ ਫੈਮਿਲੀਜ਼ ਤੋਂ, ਟੀਚਰਸ ਤੋਂ, ਪੈਰੈਂਟਸ ਤੋਂ ਬਹੁਤ ਕੁਝ ਸਿੱਖਦੇ ਆ ਕਿ ਅਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਕੰਟਰੋਲ ਕਰਨਾ ਹੈ ਜਾਂ ਹੈਲਦੀ ਵੇ ਦੇ ਵਿੱਚ ਕਿਸ ਤਰ੍ਹਾਂ ਕੋਈ ਜਿਹੜੀ ਸਿਚੁਏਸ਼ਨ ਆ ਬੜੀ ਵੋਲੇਟਾਈਲ ਆ ਉਸ ਤੋਂ ਕਿਸ ਤਰ੍ਹਾਂ ਹੈਂਡਲ ਕਰਨਾ ਹੈ। ਬਟ ਸੈਡਲੀ ਹਰਪ੍ਰੀਤ ਜੀ, ਇਫ ਵੀ ਗੋ ਬੈਕ ਪੰਜਾਬ ਦੇ ਪਾਸਟ ਵਿੱਚ ਦੇਖੀਏ ਕਿ 2005-6 ਦੇ ਉਸ ਟਾਈਮ ਦੇ ਵਿੱਚ ਡਰੱਗਸ ਦਾ, ਐਲਕੋਹਲ ਦਾ ਇੰਨਾ ਕੁ ਸੈਲਾਬ ਆ ਗਿਆ ਸੀ ਪੰਜਾਬ ਦੇ ਵਿੱਚ ਕਿ ਹੜ ਆ ਗਿਆ ਹੈ ਕਿ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਕਿ ਹੁਣ ਸਾਨੂੰ ਵੀ ਹੈਵ ਟੂ ਬੀ ਵੈਰੀ ਕੇਅਰਫੁਲ ਅਬਾਊਟ ਇਟ। ਤੇ ਇਹ ਜਿਹੜੇ ਬੱਚੇ ਸੀਗੇ ਜਿਨ੍ਹਾਂ ਘਰਾਂ ਦੇ ਵਿੱਚ ਸੀਗੇ, ਉੱਥੇ ਬੱਚੇ ਇਹਨਾਂ ਘਰਾਂ ਦੀ ਪ੍ਰਾਇੋਰਿਟੀ ਨਹੀਂ ਸੀਗੇ। ਇਹਨਾਂ ਦੇ ਘਰਾਂ ਵਿੱਚ ਕਲੇਸ਼ ਦੇਖਿਆ ਇਹਨਾਂ ਨੇ ਬਹੁਤ ਸਟ੍ਰਾਈਫ ਦੇਖਿਆ, ਸਟਰਗਲ ਦੇਖਿਆ, ਕਨਫਲਿਕਟਸ ਦੇਖੇ ਫੈਮਿਲੀ ਇਨਵਾਇਰਨਮੈਂਟ ਤੇ, ਜਿੱਥੇ ਕਿ ਮਾਂ-ਬਾਪ ਦਾ ਧਿਆਨ ਕਿਸੇ ਹੋਰ ਚੀਜ਼ ਵਿੱਚ ਸੀਗਾ, ਨਾ ਕਿ ਇਹਨਾਂ ਨੂੰ ਪਾਲਣ ਪੋਸ਼ਣ ਤੇ। ਸੋ ਦੇ ਹੈਵ ਮਿਸਡ ਆਊਟ ਅ ਵੈਰੀ ਹਿਊਮਨ ਟੱਚ ਵਿਚ ਇਜ਼ ਇੰਪੋਰਟੈਂਟ ਫॉर ਰੇਅਰਿੰਗ ਅ ਗੁੱਡ ਇੰਡੀਵਿਜੂਅਲ। ਤੇ ਇਹਨਾਂ ਬੱਚਿਆਂ ਦੀ ਜਿਹੜੀ ਡਿਵੈਲਪਮੈਂਟ ਹੈ ਉਹ ਰਾਈਟ ਨਹੀਂ ਹੋਈ। ਤੇ ਆਈ ਐਮ ਅਫਰੇਡ ਟੂ ਸੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਵੀ ਵਿਲ ਵਿਟਨੈਸ ਕਿ ਇੱਕ ਪੀੜ੍ਹੀ ਦਾ ਨਾਸ ਵੱਜ ਜਾਏਗਾ, ਕਿਉਂਕਿ ਇਹਨਾਂ ਬੱਚਿਆਂ ਨੇ ਜਿਸ ਤਰ੍ਹਾਂ ਦਾ ਮਾਹੌਲ ਦੇਖਿਆ, ਉਹਦੇ 'ਚ ਘਰਾਂ ਦਾ ਕਲੇਸ਼ ਦੇਖਿਆ ਹੈ। ਜੇ ਫਾਦਰ ਸ਼ਰਾਬ ਪੀ ਕੇ ਆ ਰਿਹਾ ਜਾਂ ਨਸ਼ਾ ਕਰ ਰਿਹਾ ਹੈ, ਮਾਂ ਦਾ ਧਿਆਨ ਬੱਚੇ ਪਾਲਣ 'ਚ ਨਹੀਂ ਆ, ਜਾਂ ਘਰਾਂ 'ਚ ਲੜਾਈ ਝਗੜਾ ਹੋ ਰਿਹਾ ਹੈ, ਜਾਂ ਹਸਪੀਟਲਸ ਵਿੱਚ ਜਾ ਰਹੇ ਨੇ, ਜਾਂ ਜਿਸ ਤਰ੍ਹਾਂ ਦੀ ਪੁਲਿਸ ਆ ਰਹੀ ਹੈ ਥਾਣੇ ਜਾ ਰਹੇ ਨੇ। ਸੋ ਦੇ ਹੈਵ ਮਿਸਡ ਆਊਟ ਅ ਵੈਰੀ ਇੰਪੋਰਟੈਂਟ ਫੇਜ਼ ਆਫ ਗਰੋਇੰਗ ਅਪ। ਤੇ ਉਹੀ ਬੱਚੇ ਹੁਣ ਜਿਹੜੇ ਤੁਸੀਂ ਦੇਖ ਰਹੇ ਹੋ, ਉਹ ਆ ਕੇ ਇਹਨਾਂ ਚੀਜ਼ਾਂ ਦੇ ਵਿੱਚ ਇਨਵੋਲਵ ਨੇ। ਐਂਡ ਜਿਹੜੀ ਇਹ ਵਾਇਲੈਂਸ ਹੈ, ਅਗਰੈਸ਼ਨ ਹੈ ਨਾ, ਇਹ 80% ਹੁੰਦੀ ਆ ਉਹਨਾਂ ਲੋਕਾਂ ਦੇ ਵਿੱਚ ਜਿਹੜੇ ਕਿ ਕੋਈ ਨਾ ਕੋਈ ਐਲਕੋਹਲ ਜਾਂ ਡਰੱਗਸ ਵਗੈਰਾ ਯੂਜ਼ ਕਰ ਰਹੇ ਨੇ। ਸੋ ਇਹਨਾਂ ਬੱਚਿਆਂ ਦੇ ਵਿੱਚ ਕੀ ਇਸ ਦਾ, ਕਿਉਂਕਿ ਇੱਕ ਮੁੱਦਾ ਇਹ ਵੀ ਸਾਡੇ ਸਾਹਮਣੇ ਆਇਆ ਸੀ ਕਿ ਬੇਰੁਜ਼ਗਾਰੀ, ਜੌਬਲੈਸ ਹੋਣਾ ਵੀ ਇੱਕ ਰੀਜ਼ਨ ਹੈਗਾ ਕਿ ਜਿਹੜੇ ਵੇਲੇ ਤੁਰੇ ਫਿਰਦੇ ਨੇ ਉਹ ਕਹਿੰਦੇ ਚਲੋ ਹੋਰ ਕੋਈ ਕੰਮ ਨਹੀਂ ਤਾਂ ਇੱਧਰ ਨੂੰ ਹੀ ਹੋ ਲੈਂਦੇ ਆ, ਕਿਸੇ ਨੇ ਹੋਕਾ ਦਿੱਤਾ ਉਹਦੇ ਪਿੱਛੇ ਲੱਗ ਜਾਂਦੇ ਆ। ਜਿਹੜਾ ਕੰਮ ਕਰ ਵਾਲਾ, ਜਿਹੜਾ ਜੌਬ ਕਰਨ ਵਾਲਾ ਹੈ, ਉਹ ਆਪਣੀ ਜੌਬ ਛੱਡ ਕੇ ਇਦਾਂ ਦੇ ਕੰਮ ਨਹੀਂ ਕਰੇਗਾ। ਜਿਹੜਾ ਕੋਈ ਛੋਟਾ ਦੁਕਾਨਦਾਰ ਹੈ, ਕਿਸੇ ਵੀ ਤਰ੍ਹਾਂ ਦੀ ਕੋਈ ਕਿਰਤ ਕਰਦਾ ਹੈ, ਤਾਂ ਉਹ ਛੱਡ ਕੇ ਇਹਨਾਂ ਚੀਜ਼ਾਂ ਵੱਲ ਨਹੀਂ ਵਧੇਗਾ। ਉਹ ਲੋਕ ਜਿਨ੍ਹਾਂ ਕੋਲ ਕੋਈ ਕੰਮ ਨਹੀਂ ਹੈ, ਜਿਹੜੇ ਬੇਰੁਜ਼ਗਾਰੀ ਦੇ ਧੱਕੇ ਖਾ ਕੇ ਹੰਡਾਏ ਹੋਏ ਨੇ, ਸਤਾਏ ਹੋਏ ਨੇ, ਉਹਨਾਂ ਨੂੰ ਇਹ ਸੌਖਾ ਜਿਹਾ ਰਾਹ ਲੱਭ ਜਾਂਦਾ ਆਪਣੀ એનર્ਜੀ ਨੂੰ ਚੈਨਲਾਈਜ਼ ਕਰਨ ਦੇ ਲਈ। ਹਾਂਜੀ, ਡੈਫੀਨੇਟਲੀ ਜੀ। ਸੋਸ਼ਲ ਇਕਨੋਮਿਕ ਜਿਹੜੀ ਡਿਸਐਡਵਾਂਟੇਜ ਹੈ ਨਾ, ਦੈਟ ਇਜ਼ ਅ ਪ੍ਰੈਸਿਪੀਟੇਟਿੰਗ ਫੈਕਟਰ। ਉਹ ਤੁਹਾਨੂੰ ਇਹਨਾਂ ਚੀਜ਼ਾਂ ਵੱਲ ਲੈ ਕੇ ਜਾਂਦੀ ਹੈ ਜਦੋਂ ਇਨਸਾਨ ਨੂੰ ਲੱਗਦਾ ਕਿ ਮੈਂ ਇਕੱਲਾ ਕੁਝ ਨਹੀਂ ਕਰ ਸਕਦਾ, ਮੇਰੀ ਆਪਣੀ ਕੋਈ ਆਈਡੈਂਟੀਟੀ ਨਹੀਂ ਆ, ਮੇਰੀ ਆਪਣਾ ਕੋਈ ਵਜੂਦ ਨਹੀਂ ਆ। ਪਰ ਜੇ ਮੈਂ ਕਿਸੇ ਗਰੁੱਪ ਦੇ ਨਾਲ ਆਈਡੈਂਟੀਫਾਈ ਕਰਾਂ, ਕਿਸੇ ਮੌਬ ਦੇ ਨਾਲ, ਕਿਸੇ ਗੈਂਗ ਦੇ ਨਾਲ, ਦੈਨ ਪ੍ਰੋਬੇਬਲੀ ਸ਼ਾਇਦ ਮੇਰੀ ਸੁਸਾਇਟੀ ਦੇ ਵਿੱਚ ਕੋਈ ਸੇ ਹੋਏ, ਮੇਰੀ ਆਵਾਜ਼ ਹੋਵੇ, ਤੇ ਮੇਬੀ ਆਈ ਕੈਨ ਇਨਫਲੂਐਂਸ ਪੀਪਲ। ਮੈਂ ਉਹਦੇ ਕਰਕੇ ਕੋਈ ਸ਼ਾਇਦ ਰਿਜ਼ਲਟ ਮੈਨੂੰ ਮਿਲ ਜਾਏ। ਸੋ ਇਹਨਾਂ ਚੀਜ਼ਾਂ ਕਰਕੇ ਬੱਚੇ ਗੈਂਗਸ ਵੱਲ, ਗਰੁੱਪਸ ਵੱਲ, ਜਿਹੜੇ ਕਿ ਡਿਵੀਏਟਡ ਹੁੰਦੇ ਨੇ, ਜਿਨ੍ਹਾਂ ਦਾ ਕੋਈ ਹੈਲਦੀ ਕਮਿਟਮੈਂਟ ਟੁਵਰਡ ਸੋਸਾਇਟੀ ਨਹੀਂ ਹੁੰਦੀ, ਉਹਨਾਂ ਦੇ ਵਾਲੇ ਆਕਰਸ਼ਿਤ ਹੋ ਜਾਂਦੇ ਨੇ ਐਂਡ ਦੇ ਸਟਾਰਟ ਫੋਲੋਇੰਗ them blindly। ਬਿਲਕੁਲ ਠੀਕ ਹੈ। ਜੱਦਰ ਸ੍ਰੀ ਅਕਾਲ ਤਖਤ ਸਾਹਿਬ ਬੁਰਾਓ ਵੱਲੋਂ ਵੀ ਫਿਕਰ ਜਤਾਏਗੀ, ਚਿੰਤਾ ਜਤਾਏਗੀ ਇਸ ਪੂਰੇ ਮਸਲੇ ਤੇ ਕਿ ਹਾਲ ਦੇ ਵਿੱਚ ਹੋਈਆਂ ਘਟਨਾਵਾਂ ਨੇ ਹੁੜਦੰਗ, ਉਹਨਾਂ ਨੇ ਵੀ ਵਰਡ ਹੀ ਯੂਜ਼ ਕੀਤਾ ਕਿ ਜਿਹੜੀਆਂ ਘਟਨਾਵਾਂ ਹੋਈਆਂ ਨੇ ਉਹਦੇ ਪਿੱਛੇ ਇੱਕ ਇਤਿਹਾਸ ਹੈ, ਉਹਦਾ ਇੱਕ ਪਿਛੋਕੜ ਹੈ, ਉਹ ਪਿਛੋਕੜ ਵੀ ਸਮਝਣਾ ਪਏਗਾ। ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਮਾਂ-ਬਾਪ ਨੂੰ ਔਰ ਆਉਣ ਵਾਲੀ ਸੰਗਤ, ਆਉਣ ਵਾਲੇ ਨੌਜਵਾਨਾਂ ਨੂੰ ਵੀ ਇਹ ਪਤਾ ਹੋਣਾ ਚਾਹੀਦਾ ਕਿ ਜੇ ਤੁਸੀਂ ਗੁਰੂ ਘਰ ਆ ਰਹੇ ਹੋ, ਜੇ ਕਿਸੇ ਇਤਿਹਾਸਿਕ ਦਿਹਾੜੇ ਪੁਰਬ ਨੂੰ ਮਨਾਉਣ ਆ ਰਹੇ ਹੋ, ਤਾਂ ਇੱਥੇ ਆਉਣ ਦਾ ਮੰਤਵ ਕੀ ਹੈ ਜਾਂ ਆਉਣ ਦਾ ਤਰੀਕਾ ਕੀ ਹੈ, ਇਹ ਵੀ ਸੁਣਾ ਦਿੰਦੇ ਹਾਂ ਤੁਹਾਨੂੰ। ਅੱਜ ਜੋ ਅਸੀਂ ਇਹ ਦੇਖ ਰਹੇ ਹਾਂ ਨਾ, ਨੌਜਵਾਨਾਂ ਵੱਲੋਂ ਕੀਤੀ ਜਾ ਰਹੀ ਹੁੱਲੜਬਾਜ਼ੀ, ਇਹ ਪਤਾ ਕਿਸ ਦਾ ਨਤੀਜਾ ਹੈ? ਇਹ ਪਿਛਲੇ 20-25 ਸਾਲਾਂ ਤੋਂ ਜਿਹੜੀਆਂ ਸਾਡੀਆਂ ਸੰਸਥਾਵਾਂ ਦੇ ਵਿਰੁੱਧ ਕੂੜ ਪ੍ਰਚਾਰ ਹੋ ਰਿਹਾ, ਇਹ ਉਹਦਾ ਨਤੀਜਾ ਹੈ। ਜਿਨ੍ਹਾਂ ਲੋਕਾਂ ਨੇ ਸਾਡੀਆਂ ਸੰਸਥਾਵਾਂ ਦੇ ਖਿਲਾਫ ਕੂੜ ਪ੍ਰਚਾਰ ਕੀਤਾ,
ਇਹ ਉਸ ਕੂੜ ਪ੍ਰਚਾਰ ਦਾ ਨਤੀਜਾ ਹੈ ਕਿ ਸਾਡੇ ਜਿਹੜੇ ਨੌਜਵਾਨ ਹੈ ਅੱਜ ਦਿਸ਼ਾਹੀਨ ਹੋ ਗਏ ਆ। ਸਾਧ ਸੰਗਤ ਜੀ, ਉਹਨਾਂ ਨੇ ਨੌਜਵਾਨਾਂ ਨੂੰ ਕੋਈ ਸੇਧ ਨਹੀਂ ਦਿੱਤੀ ਹੈ। ਸੰਸਥਾਵਾਂ ਦੇ ਖਿਲਾਫ ਕੂੜ ਪ੍ਰਚਾਰ ਕਰਨ ਵਾਲਿਆਂ ਨੇ, ਉਹਨਾਂ ਨੇ ਸੰਸਥਾਵਾਂ ਨੂੰ ਭੰਡ ਕੇ ਸੰਸਥਾਵਾਂ ਦੀ ਕ੍ਰੈਡੀਬਿਲਿਟੀ ਜਿਹੜੀ ਆ ਉਹ ਖਤਮ ਕੀਤੀ ਹੈ, ਕਿਉਂਕਿ ਸੰਸਥਾਵਾਂ ਜਿਹੜੀਆਂ ਸੀ ਇਹ ਜਾਬਤਾ ਕਾਇਮ ਰੱਖਦੀਆਂ ਹੁੰਦੀਆਂ ਸੀ। ਸਾਨੂੰ ਸੋਚਣਾ ਪਏਗਾ, ਸਾਡੇ ਨੌਜਵਾਨਾਂ ਨੂੰ ਸੋਚਣਾ ਪਏਗਾ ਕਿ ਅਸੀਂ ਕੀ ਤੌਰ ਤਰੀਕਾ ਵਰਤ ਰਹੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦਰਸ਼ਨ ਕਰਨ ਜਾਣ ਵੇਲੇ, ਗੁਰੂ ਦੇ ਦਰਸ਼ਨ ਕਰਨ ਜਾਈਏ ਤੇ ਨਿਮਰਤਾ ਦੇ ਨਾਲ ਜਾਣਾ ਚਾਹੀਦਾ ਹੈ, ਸਾਦਗੀ ਦੇ ਨਾਲ ਜਾਣਾ ਚਾਹੀਦਾ ਹੈ। ਸਾਡਾ ਇਤਿਹਾਸ ਸਾਨੂੰ ਸਬਕ ਦਿੰਦਾ ਹੈ ਕਿ ਜੇ ਅਸੀਂ ਤੜਕ ਭੜਕ ਦੇ ਨਾਲ ਜਾਵਾਂਗੇ, ਜੇ ਅਸੀਂ ਹੁਲੜਬਾਜ਼ੀ ਦੇ ਨਾਲ ਜਾਵਾਂਗੇ, ਅਸੀਂ ਗੁਰੂ ਕੀਆਂ ਖੁਸ਼ੀਆਂ ਲੈ ਕੇ ਨਹੀਂ ਆਵਾਂਗੇ, ਅਸੀਂ ਗੁਰੂ ਕੇ ਜਿਹੜੇ ਹੈ ਉਹ ਬਦ ਅਸੀਸ ਲੈ ਕੇ ਘਰਾਂ ਨੂੰ ਮੁੜਾਂਗੇ। ਇਹ ਸਾਨੂੰ ਜ਼ਰੂਰ ਸੋਚਣ ਦੀ ਜ਼ਰੂਰਤ ਹੈ। ਨਿਮਰਤਾ ਤੇ ਸਾਦਗੀ ਹੋਣੀ ਚਾਹੀਦੀ ਹੈ। ਜਦੋਂ ਤੁਸੀਂ ਗੁਰੂ ਘਰ ਜਾਓ ਤਾਂ ਨਿਮਰਤਾ ਤੇ ਸਾਦਗੀ ਹੋਣੀ ਚਾਹੀਦੀ ਹੈ। ਹਾਲ ਹੀ ਦੇ ਵਿੱਚ ਦਸੰਬਰ ਦੇ ਵਿੱਚ ਹਰ ਸਾਲ ਜਦੋਂ ਸ਼ਹੀਦੀ ਜੋੜ ਮੇਲ ਲੱਗਦਾ ਹੈ ਸਰਹੰਦ ਦੇ ਵਿੱਚ, ਉਦੋਂ ਵੀ ਅਜਿਹੀਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ ਨੇ। ਲੋਕਾਂ ਨੇ ਮੁਖੌਟੇ ਲਾਏ ਹੁੰਦੇ ਨੇ, ਹੱਥਾਂ ਦੇ ਵਿੱਚ ਕੁਝ ਤਰ੍ਹਾਂ ਦੇ ਬੈਂਡ ਬਾਜੇ ਫੜੇ ਹੁੰਦੇ ਨੇ। ਉਹ ਉੱਥੇ ਅਸੀਂ ਜਾ ਕੀ ਰਹੇ ਹਾਂ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਦੁਨੀਆ ਦਾ ਸਭ ਤੋਂ ਵੱਡਾ ਸਾਕਾ ਹੋਇਆ। ਕੀ ਕਿਸੇ ਸਾਕੇ ਨੂੰ ਯਾਦ ਕਰਨ ਦੇ ਲਈ ਇੱਦਾਂ ਜਾਇਆ ਜਾਂਦਾ ਹੈ, ਜਾਂ ਹੋਲਾ ਮਹੱਲਾ ਇੱਕ ਪਵਿੱਤਰ ਤਿਉਹਾਰ ਹੈ, ਕੀ ਉਸ ਨੂੰ ਯਾਦ ਕਰਨ ਦੇ ਲਈ ਜਾਂ ਉਹਦੇ ਵਿੱਚ ਸ਼ਮੂਲੀਅਤ ਕਰਨ ਲਈ ਇੱਦਾਂ ਜਾਇਆ ਜਾਂਦਾ ਹੈ ਜਿੱਦਾਂ ਤੁਸੀਂ ਜਾ ਰਹੇ ਹੋ? ਇਹ ਇੱਕ ਵੱਡਾ ਸਵਾਲ। ਇੱਕ ਤਸਵੀਰ ਤੁਹਾਨੂੰ ਹੋਰ ਦਿਖਾ ਦਿੰਦੇ ਹਾਂ, ਗੱਲ ਇੱਥੇ ਤੱਕ ਹੀ ਖਤਮ ਨਹੀਂ ਹੋ ਜਾਂਦੀ। ਅਸੀਂ ਵਾਰ-ਵਾਰ ਇੱਕ ਹਲੂਣਾ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਨੂੰ ਜਾਗਣਾ ਪੈਣਾ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹ ਕੁਝ ਹੋ ਜਾਏਗਾ। ਇਹ ਮਾਮਲਾ ਗੜ੍ਹਸ਼ੰਕਰ ਦਾ ਹੈ। ਦਰਅਸਲ ਗੜ੍ਹਸ਼ੰਕਰ ਦੇ ਵਿੱਚ ਇਹ ਇੱਕ ਵੱਡੀ ਵਾਰਦਾਤ ਹੋਈ ਹੈ। ਕੁਝ ਨੌਜਵਾਨ ਨੇ ਜਿਹੜੇ ਉਹ ਹੋਲਾ ਮਹੱਲਾ ਮਨਾਉਣ ਦੇ ਲਈ ਅਨੰਦਪੁਰ ਸਾਹਿਬ ਜਾ ਰਹੇ ਸੀ। ਇੱਕ ਥਾਂ ਤੇ ਰੁਕ ਕੇ ਉਹ ਕੋਈ ਚੀਜ਼ ਖਰੀਦਦੇ ਨੇ ਦੁਕਾਨਦਾਰ ਤੋਂ। ਜਦੋਂ ਦੁਕਾਨਦਾਰ ਪੈਸੇ ਮੰਗਦਾ ਤਾਂ ਉੱਥੇ ਕਹਾ-ਸੁਣੀ ਹੋ ਜਾਂਦੀ ਹੈ। ਉਹ ਚਾਰੇ ਨੌਜਵਾਨ ਇਸ ਓਪਨ ਜੀਪ ਦੇ ਵਿੱਚ ਸੀਗੇ, ਜਿਹੜੀ ਜੀਪ ਤੁਸੀਂ ਦੇਖ ਰਹੇ ਹੋ, ਜਿਹੜੀ ਕਿ ਹੁਣ ਅੱਗ ਦੇ ਹਵਾਲੇ ਕੀਤੀ ਗਈ ਹੈ। ਉੱਥੇ ਵੀ ਇਹੀ ਕੰਮ ਹੋਇਆ ਕਿ ਇਹਨਾਂ ਨੌਜਵਾਨਾਂ ਨੇ ਇੱਕ ਦੁਕਾਨਦਾਰ ਦੀ ਕੁੱਟਮਾਰ ਕੀਤੀ, ਔਰ ਜਦੋਂ ਉਹ ਦੁਕਾਨਦਾਰ ਸਾਰੇ ਇਕੱਠੇ ਹੋਏ ਤਾਂ ਇਹ ਨੌਜਵਾਨ ਭੱਜ ਨਿਕਲੇ। ਨਿਸ਼ਾਨ ਸਾਹਿਬ ਲੱਗਿਆ ਹੋਇਆ, ਇਹ ਅਸੀਂ ਨਰਾਦਰ ਕਿਹਦਾ ਕਰ ਰਹੇ ਹਾਂ, ਨਿਸ਼ਾਨ ਸਾਹਿਬ ਲੱਗਿਆ ਹੋਇਆ ਉਸ ਗੱਡੀ ਦੇ ਉੱਤੇ, ਔਰ ਉਸ ਗੱਡੀ ਨੂੰ ਹੁਣ ਅੱਗ ਦੇ ਹਵਾਲੇ ਦੁਕਾਨਦਾਰਾਂ ਨੇ ਰੋਸ ਦਿੱਤਾ ਕਿ ਜਿਹੜੇ ਵੀ ਹੋਲਾ ਮਹੱਲਾ ਮਨਾਉਣ ਲਈ ਜਾ ਰਹੇ ਸੀਗੇ, ਉੱਚੀ ਉੱਚੀ ਗਾਣੇ ਇਹਨਾਂ ਨੇ ਲਾਏ ਪਏ ਸੀ। ਦੁਕਾਨਦਾਰ ਤੋਂ ਚੀਜ਼ਾਂ ਮੰਗ ਕੇ ਇਹਨਾਂ ਨੇ ਪੈਸੇ ਨਹੀਂ ਦਿੱਤੇ ਔਰ ਉਲਟਾ ਉਸ ਦੀ ਕੁੱਟਮਾਰ ਕੀਤੀ। ਮੇਲੇ ਨੂੰ ਜਾਂਦੇ ਸੀ, ਇਹਨਾਂ ਕੋਲ 4 ਜੀਪਾਂ ਸੀਆਂ, ਅਣਪਛਾਤੇ ਮੁੰਡੇ ਸੀ। ਇਹਨਾਂ ਨੇ ਆ ਕੇ ਨਾ, ਮੁੰਡਾ ਦੁਕਾਨਦਾਰ ਆ ਰਾਹੁਲ, ਗੁਲਸ਼ਨ ਕੁਮਾਰ ਦਾ ਮੁੰਡਾ, ਉਹ ਤੋਂ ਪਹਿਲਾਂ ਇਹਨੇ ਸਮਾਨ ਦੀ ਮੰਗ ਕੀਤੀ, ਭਾਈ ਮੈਨੂੰ ਸਮਾਨ ਦੇ। ਫਿਰ ਉਹ ਇਹਨਾਂ ਦਾ ਕਿਸੇ ਗੱਲ ਤੇ ਤਕਰਾਰਬਾਜ਼ੀ ਹੋ ਗਈ। ਇਨੀ ਮੁੰਡਿਆਂ ਨੇ ਗੱਡੀਆਂ ਦੇ ਵਿੱਚੋਂ ਡਾਟ ਕੱਢੇ, ਖੰਡੇ ਕੱਢੇ, ਔਰ ਉਹਨਾਂ ਤਿੰਨਾਂ ਤੇ ਇਹਨੇ ਹਮਲਾ ਕਰ ਦਿੱਤਾ। ਫਿਰ ਸਾਰੇ ਜਿਹੜੇ ਦੁਕਾਨਦਾਰ ਇਹਨਾਂ ਨੂੰ ਪੈ ਗਏ, ਫਿਰ ਆਪਣੀਆਂ ਇਹ ਗੱਡੀਆਂ ਛੱਡ ਕੇ ਭੱਜ ਗਏ। ਇੱਕ ਸਫਾਰੀ ਗੱਡੀ, ਉਹਦਾ ਨੰਬਰ ਵੀ ਅਸੀਂ ਪੁਲਿਸ ਵਾਲਿਆਂ ਨੂੰ ਦੇ ਦਿੱਤਾ, ਤੇ ਇੱਕ ਹੋਰ ਗੱਡੀ ਸੀ ਜੀਪ, ਉਹਨਾਂ ਦੋ 'ਚ ਭੱਜ ਗਏ। ਮੈਂ ਇਹ ਗੱਲ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਜਿਹੜੇ ਅੱਜ ਹਾਲਾਤ ਆ ਬੜੇ ਨਾਜ਼ੁਕ ਵਾਲੇ ਆ, ਖਾਸ ਕਰਕੇ ਭਗਵੰਤ ਮਾਨ ਨੂੰ। ਵੀ ਦੇਖੋ ਪੰਜਾਬ ਦੇ ਵਿੱਚ ਕਿੱਦਾਂ ਇਸ ਵੇਲੇ ਅੱਗ ਲੱਗੀ ਹੋ ਆ, ਜਿਹੜਾ ਕੋਈ ਵੀ ਕੰਟਰੋਲ ਹੈ ਨਹੀਂ। ਪੰਜਾਬ ਦੇ ਵਿੱਚ ਕੋਈ ਪ੍ਰੋਬਲਮ ਕਰਨ ਵੇਲੇ ਇਹਨਾਂ ਦੀ ਕੋਈ ਝਗੜਾ ਹੋ ਗਿਆ, ਤੇ ਝਗੜੇ ਦੌਰਾਨ ਗੱਡੀ ਨੂੰ ਵੀ ਅੱਗ ਲਾਈ ਹੈ, ਤੇ ਅਸੀਂ ਮੌਕੇ 'ਤੇ ਪਹੁੰਚ ਗਏ ਹਾਂ। ਬਿਆਨ ਲੈ ਕੇ, ਪੀੜਤਾਂ ਦੇ ਬਿਆਨ ਲੈ ਕੇ ਬਣਦੀ ਕਾਰਵਾਈ ਹੁੰਦਾ ਇਹ ਹੈ ਕਿ ਜਿਹੜੇ ਲੋਕ, ਕੁਝ ਲੋਕ, ਜਿਵੇਂ ਡਾਕਟਰ ਗੁੱਗੋਆਣੀ ਸਾਹਿਬ ਹੋਰਾਂ ਨੇ ਦੱਸਿਆ ਕਿ ਘਾਟ ਕੋਈ ਨਹੀਂ ਹੈ ਸ਼ਰਧਾ ਪੂਰਵਕ, ਲੋਕਾਂ ਦੇ ਵੀ ਘਾਟ ਕੋਈ ਨਹੀਂ ਹੈ। ਉਹ ਲੋਕ ਵੀ ਜਿਹੜੇ ਤਨੋ ਮਨੋ ਸ਼ਰਧਾ ਭਾਵਨਾ ਦੇ ਨਾਲ ਉੱਥੇ ਜਾਂਦੇ ਨੇ, ਪਰ ਹੁੰਦਾ ਇਹ ਹੈ ਕਿ ਕੁਝ ਕੁ ਲੋਕਾਂ ਕਰਕੇ ਸਾਰੀ ਮਾਨਸਿਕਤਾ ਜਿਹੜੀ ਉਹ ਲੋਕਾਂ ਦੀ ਬਦਲ ਜਾਂਦੀ ਹੈ। ਇਹ ਲੋਕ ਹੁਣ ਦੁਕਾਨਦਾਰ ਨੇ, ਇਹਨਾਂ ਦੇ ਅੱਗੋਂ ਜਿਹੜਾ ਵੀ ਹੁਣ ਲੰਘ ਰਿਹਾ ਹੋਏਗਾ, ਇਹਨਾਂ ਦੇ ਜ਼ਿਹਨ ਦੇ ਵਿੱਚ ਇਹੀ ਆਏਗਾ ਕਿ ਆਹ ਵੀ ਸ਼ੋਰ ਸ਼ਰਾਬਾ ਕਰਨ ਵਾਲੇ ਬੰਦੇ ਨੇ, ਇਹ ਵੀ ਹੁੱਲੜਬਾਜ਼ ਨੇ। ਸੋ ਕੁਝ ਲੋਕਾਂ ਕਰਕੇ ਬੜੇ ਨੁਕਸਾਨ ਝੱਲਣੇ ਪੈਂਦੇ ਨੇ। ਆਮ ਤੌਰ ਤੇ ਘਰਾਂ ਦੇ ਵਿੱਚ ਪਰਿਵਾਰ ਵੀ ਕਹਿੰਦੇ ਹੁੰਦੇ ਕਿ ਨਹੀਂ ਉੱਥੇ ਹੁੱਲੜਬਾਜ਼ੀ ਹੋਏਗੀ, ਤੁਸੀਂ ਨਹੀਂ ਜਾਣਾ, ਜਾਂ ਸੰਗਤਾਂ ਕਹਿੰਦੀਆਂ ਨੇ ਕਿ 2 ਦਿਨ ਬਾਅਦ ਚਲੇ ਜਾਵਾਂਗੇ, ਪਰ ਆ ਹੁੱਲੜਬਾਜ਼ੀ ਦੇ ਵਿੱਚ ਅਸੀਂ ਨਹੀਂ ਜਾਣਾ। ਸੋ ਇਸ ਕਰਕੇ ਸਾਨੂੰ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨਾ ਪੈਣਾ। ਇੱਕ ਤਸਵੀਰ ਤੁਹਾਨੂੰ ਹੋਰ ਦਿਖਾ ਦਿੰਦੇ ਹਾਂ। ਹਾਲ ਦੇ ਵਿੱਚ ਮਨੀਕਰਨ ਸਾਹਿਬ ਦੇ ਵਿੱਚ ਵੀ ਅਜਿਹਾ ਹੀ ਕੁਝ ਦ੍ਰਿਸ਼ ਦੇਖਣ ਨੂੰ ਮਿਲੇ ਨੇ, ਔਰ ਇਹ ਵੀਡੀਓ ਵਾਇਰਲ ਹੋਈਆਂ ਨੇ, ਜਿੱਥੇ ਕੁਝ ਨੌਜਵਾਨ ਜਿਹੜੇ ਪੰਜਾਬ ਦੇ ਨੌਜਵਾਨ ਦੱਸੇ ਜਾ ਰਹੇ ਨੇ, ਇਹਨਾਂ ਨੇ ਜੰਮ ਕੇ ਉੱਥੇ ਭੰਨਤੋੜ ਕੀਤੀ, ਉੱਥੇ ਕੁਝ ਲੋਕਾਂ ਦੀ ਕੁੱਟਮਾਰ ਵੀ ਕੀਤੀ। ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਇਹਨਾਂ ਲੋਕਾਂ ਦੇ ਨਾਲ ਵੀ ਕੁੱਟਮਾਰ ਹੋਈ, ਇਹਨਾਂ ਲੋਕਾਂ ਦੇ ਨਾਲ ਵੀ ਜਿਹੜਾ ਗਾਲੀ ਗਲੋਚ ਕੀਤਾ ਗਿਆ, ਪਰ ਜਿਹੜੀ ਤਸਵੀਰ ਸਾਹਮਣੇ ਆਈ ਉਹ ਇਹਨਾਂ ਲੋਕਾਂ ਦੀ ਤਸਵੀਰ ਸਾਹਮਣੇ ਆਈ ਜਿਹੜੇ ਪੰਜਾਬ ਨਾਲ ਸੰਬੰਧਿਤ ਸੀ, ਮਨੀਕਰਨ ਜਾਂਦੇ ਨੇ, ਉੱਥੇ ਭੰਨਤੋੜ ਕਰਦੇ ਨੇ। ਹਾਲਾਂਕਿ
ਹਿਮਾਚਲ ਸਰਕਾਰ ਜਾਂ ਹਿਮਾਚਲ ਪੁਲਿਸ ਦੀ ਇੱਥੇ ਸਿਫਤ ਕਰਨੀ ਬਣਦੀ ਹੈ ਕਿ ਉਹਨਾਂ ਨੇ ਇਸ ਨਾਜ਼ੁਕ ਸਥਿਤੀ ਨੂੰ ਕੰਟਰੋਲ ਦੇ ਵਿੱਚ ਕੀਤਾ। ਉਹਨਾਂ ਨੇ ਇਸ ਸਥਿਤੀ ਨੂੰ ਬਹੁਤ ਸਹੀ ਤਰੀਕੇ ਨਾਲ ਨਜਿੱਠਿਆ ਤਾਂ ਜੋ ਕੋਈ ਦੰਗਾ ਫਸਾਦ ਵਰਗੀ ਨੌਬਤ ਨਾ ਆ ਜਾਏ। ਉੱਥੇ ਗੱਡੀਆਂ ਵੀ ਭੰਨੀਆਂ ਗਈਆਂ, ਕੁਝ ਹਿਮਾਚਲ ਦੀਆਂ ਗੱਡੀਆਂ ਦੀ ਭੰਨਤੋੜ ਹੋਈ, ਕੁਝ ਪੰਜਾਬ ਦੀਆਂ ਗੱਡੀਆਂ ਦੀ ਭੰਨਤੋੜ ਹੋਈ। ਪਰ ਵੱਡਾ ਸਵਾਲ ਇਹ ਹੈ ਕਿ ਜਦੋਂ ਅਜਿਹਾ ਕੁਝ ਹੁੰਦਾ ਤਾਂ ਹੋਰ ਜਿਹੜੇ ਯਾਤਰੂ ਜਿਹੜੇ ਨੇ ਜਾਂਦੇ ਨੇ ਉਹ ਉਹਨਾਂ ਦੇ ਮਨਾਂ ਤੇ ਵੀ ਇਹ ਪ੍ਰਭਾਵ ਪੈ ਜਾਂਦਾ, ਅਸਰ ਪੈ ਜਾਂਦਾ ਕਿ ਹਾਲਾਤ ਠੀਕ ਨਹੀਂ, ਸਾਨੂੰ ਹਲੇ ਨਹੀਂ ਜਾਣਾ ਚਾਹੀਦਾ। ਅਜਿਹੀਆਂ ਤਸਵੀਰਾਂ ਨੇ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਨੇ। ਇਹ ਟਵੀਟ ਵੀ ਕੀਤਾ ਗਿਆ ਹਿਮਾਚਲ ਪ੍ਰਦੇਸ਼ ਦੀ ਪੁਲਿਸ ਵੱਲੋਂ, ਮਨੀਕਰਨ ਸਾਹਿਬ ਦੇ ਪੁਲਿਸ ਸਟੇਸ਼ਨ ਵੱਲੋਂ, ਕਿ ਸਿਚੁਏਸ਼ਨ ਅੰਡਰ ਕੰਟਰੋਲ ਹੈਗੀ ਹੈ, ਇੱਦਾਂ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ। ਕੁਝ ਲੋਕਾਂ ਦਾ ਆਪਸ ਦੇ ਵਿੱਚ ਝਗੜਾ ਹੋਇਆ ਸੀਗਾ, ਉਹ ਅਸੀਂ ਸੁਲਝਾ ਲਿਆ। ਸੋ ਇਹ ਪੂਰਾ ਮਸਲਾ ਵੀ ਸਾਹਮਣੇ ਆਇਆ ਸੀ। और कोई ऐसी बात नहीं, कुछ युवा साथी आपस में भिड़े हैं कोई, और कोई ऐसी बड़ी सिचुएशन नहीं है, उसको हमने कंट्रोल कर लिया है। और ऐसे समय में जब होली का मेला होता है, काफ़ी संख्या में लोग आते थे, कुछ ऐसे तत्व भी आ जाते हैं जो हो हल्ला करते हैं। उस हो हल्ला के चक्कर में झगड़ा हुआ है। और मेरा नहीं, वो ऐसा होता है जब अग्रेसिवनेस होती है तो थोड़ा बहुत हथियारों का प्रदर्शन करते हैं। जो बाहर से आने वाले, पंजाब से आने वाले भी युवा हमारे साथी है, हमारे मेहमान हैं, हम सब उनको भी सुरक्षा प्रदान करेंगे। और ऐसी कोई घटना अब कोई बड़ी लगती नहीं है। ਸੋ ਇਹ ਘਟਨਾ ਵੀ ਬੜੀ ਸੁਰੱਖਿਆ ਦੇ ਵਿੱਚ ਰਹੀ ਸੀ। ਡਾਕਟਰ ਇੰਦਰਜੀਤ ਗੋਗਾਣੀ ਸਾਹਿਬ ਕੋਲ ਚੱਲਦੇ ਹਾਂ। ਡਾਕਟਰ ਸਾਹਿਬ, ਇੱਕ ਸਵਾਲ, ਕਿਉਂਕਿ ਜਦੋਂ ਵੀ ਕਿਸੇ ਵੀ ਸਮਾਗਮ ਦੇ ਵਿੱਚ ਜਾਣਾ ਹੈ, ਅਸੀਂ ਚਲੋ ਇੱਕ ਸਮਾਜਿਕ ਤੌਰ ਤੇ ਕਹਿ ਲੈਂਦੇ ਹਾਂ, ਕਿਸੇ ਵਿਆਹ ਸ਼ਾਦੀ 'ਚ ਜਾਣਾ ਹੈ ਅਸੀਂ ਹੋਰ ਤਰ੍ਹਾਂ ਦੇ ਮੂਡ ਦੇ ਵਿੱਚ ਜਾਂਦੇ ਹਾਂ, ਕਿਸੇ ਧਾਰਮਿਕ ਸਮਾਗਮ ਦੇ ਵਿੱਚ, ਕਿਸੇ ਮਰਗਤ ਦੇ ਵਿੱਚ ਜਾਣਾ ਅਸੀਂ ਹੋਰ ਮੂਡ ਦੇ ਵਿੱਚ ਜਾਂਦੇ ਹਾਂ, ਉੱਦਾਂ ਦੇ ਕੱਪੜੇ, ਉੱਦਾਂ ਦਾ ਸੱਭਿਆਚਾਰ ਲੈ ਕੇ ਜਾਂਦੇ ਹਾਂ। ਪਰ ਜਦੋਂ ਵੀ ਅਜਿਹੇ ਥਾਵਾਂ ਤੇ ਜਾਣਾ, ਭਾਵੇਂ ਉਹ ਸ਼ਹੀਦਾਂ ਦੀ ਧਰਤੀ ਹੋਵੇ, ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਵਿੱਚ ਸ਼ਹੀਦ ਜੋੜ ਮੇਲਾ ਲੱਗਦਾ ਜਾਂ ਹੋਲਾ ਮਹੱਲਾ, ਇਹ ਮਨੋਬਿਰਤੀ ਹੈ ਜਿਹੜੀ ਇਹ ਬਦਲਣੀ ਨਹੀਂ ਚਾਹੀਦੀ ਕਿ ਇਹਦੇ ਤੇ ਕਿਸੇ ਤਰ੍ਹਾਂ ਦਾ ਕੋਈ ਚੈੱਕ, ਕੋਈ ਰੋਕ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਹੀਂ ਲਾਈ ਜਾ ਸਕਦੀ। ਇੱਕ ਨੌਜਵਾਨ ਨੇ ਤਾਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹਨੂੰ ਤਾਂ ਜਾਨ ਤੋਂ ਹੱਥ ਧੋਣਾ ਪੈ ਗਿਆ। ਇਹ ਅਸਲ ਵਿੱਚ ਨਾ ਆਪਾਂ ਇਹਨੂੰ ਕਹਿੰਦੇ ਸੰਸਕਾਰ ਚੰਗੇ ਹੋਣ। ਪਹਿਲੀ ਗੱਲ ਤਾਂ ਸਾਡੇ ਸਕੂਲ ਦੇ ਸਿਲੇਬਸਾਂ ਵਿੱਚ, ਕਾਲਜਾਂ ਦੇ ਵਿੱਚ ਨੈਤਿਕ ਕਦਰਾਂ ਕੀਮਤਾਂ ਵਾਲੇ ਚੈਪਟਰ ਹੈ ਹੀ ਨਹੀਂ। ਵੀ ਅਸੀਂ ਠੀਕ ਹੈ, ਪਾਰਟ ਜ਼ਰੂਰ ਹੋਣਾ ਚਾਹੀਦਾ ਹੈ ਕਿ ਬੱਚੇ ਨੂੰ ਸੁਭਾਅ ਬਦਲੇ। ਦੂਜਾ ਜਿਹੜਾ ਸਾਡਾ ਮੀਡੀਆ ਹੈ ਉਹ ਜਿਹੜਾ ਹੀਰੋਇਜ਼ਮ ਪੇਸ਼ ਕਰ ਰਿਹਾ ਹੈ, ਉਹਦੇ ਲੱਤਾਂ ਬਾਹਾਂ ਤੇ ਟੈਟੂ ਬਣੇ ਹੋਏ ਨੇ, ਲੰਡੀਆਂ ਕਮੀਜ਼ਾਂ ਨੇ, ਲੰਡੀਆਂ ਜੀਪਾਂ ਨੇ, ਪਾਟੀਆਂ ਪੈਂਟਾਂ ਨੇ, ਤਾਂ ਜਿਹੜੀ ਸਾਡੀ ਇੰਡਸਟਰੀ ਕਹਿ ਲਓ, ਜੋ ਸਾਰਾ ਦਿਨ ਬੱਚਾ ਦੇਖਦਾ, ਤਾਂ ਜੋ ਸਾਡੇ ਸੋਸ਼ਲ ਮੀਡੀਆ ਤੇ ਇੱਕ ਦੂਜੇ ਨਾਲ ਸ਼ੇਅਰ ਕੀਤਾ ਜਾਂਦਾ ਹੈ, ਉਹ ਮਤਲਬ ਮਾਨਸਿਕਤਾ ਨੂੰ ਕੁਦਰਤੀ ਸਾਡੇ ਨਾਲ ਮਨੋਵਿਗਿਆਨੀ ਬੈਠੇ ਨੇ, ਤੇ ਜੋ ਸਾਰਾ ਦਿਨ ਬੱਚਾ ਦੇਖ ਰਿਹਾ ਹੈਗਾ, ਜਿਹਨੂੰ ਉਹ ਹੀਰੋਇਜ਼ਮ ਮੰਨ ਕੇ ਚੱਲ ਰਿਹਾ ਹੈਗਾ, ਤੇ ਉਹਦੀ ਬੋਲ ਬਾਣੀ, ਉਹਦੀ ਤੋਰ, ਉਹਦੇ ਸੰਸਕਾਰ ਕੁਦਰਤੀ ਪਰਿਵਰਤਿਤ ਹੋ ਜਾਂਦੇ ਆ। ਠੀਕ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਉਦਮ ਕਰੇ, ਪਰ ਕਈ ਵਾਰੀ ਹੁੰਦਾ ਕਿ ਜੇ ਇਹੋ ਜਿਹੇ ਹਜੂਮ ਨੂੰ ਸਾਡੇ ਟਾਸਕ ਫੋਰਸ ਵਾਲੇ ਵਰਤਣ ਤਾਂ ਸਾਡਾ ਬਹੁਤਾ ਵਰਗ ਜਿਹੜਾ ਸ਼੍ਰੋਮਣੀ ਕਮੇਟੀ ਦੇ ਖਿਲਾਫ ਜ਼ਹਿਰ ਉਗਲਣ ਵਾਸਤੇ ਬੈਠਾ ਹੁੰਦਾ। ਮੈਂ ਜਦੋਂ ਸੁਣਦਾ ਕਈ ਵਾਰੀ ਐ ਸਾਡੇ ਸਿੱਖ ਸਮਾਜ ਹੀ ਇੰਝ ਬੋਲਦਾ ਵੀ ਜਿਵੇਂ ਸਾਡੇ ਦੁਸ਼ਮਣਾਂ ਦੀ ਸੰਸਥਾ ਹੁੰਦੀ ਹੈ, ਜਦੋਂ ਕਿ ਏਡੀਆਂ ਵੱਡੀਆਂ ਕੁਰਬਾਨੀਆਂ ਨਾਲ ਇਹ ਸਥਾਪਿਤ ਹੋਈ। ਇਹਨੇ ਬਹੁਤ ਵੱਡਾ ਪ੍ਰਬੰਧ ਸਿਰਜਿਆ। ਕਮੀਆਂ ਪੇਸ਼ੀਆਂ ਕਾਲਜਾਂ, ਯੂਨੀਵਰਸਿਟੀਆਂ ਤੋਂ ਲੈ ਕੇ ਸਰਕਾਰਾਂ ਤੱਕ ਹੁੰਦੀਆਂ ਨੇ, ਪਰ ਆਲੋਚਨਾ ਦਾ ਵੀ ਇੱਕ ਮਿਆਰ ਹੁੰਦਾ। ਪਰ ਕਈ ਵਾਰੀ ਲੋਕ ਇਹ ਸਮਝ ਕੇ ਬੋਲਦੇ ਆ ਵੀ ਜਿਵੇਂ ਅਸੀਂ ਇਹਦੇ ਦੁਸ਼ਮਣ ਹੁੰਦੇ ਆ। ਨਹੀਂ, ਇਹ ਸਾਡੀ ਸਤਿਕਾਰਤ ਸੰਸਥਾ ਹੈ। ਅਗਰ ਇਹ ਪ੍ਰਬੰਧ ਹੱਥ 'ਚ ਲੈਂਦੀ ਹੈ, ਕਈਆਂ ਨੇ ਕਹਿਣਾ ਵੇਖੋ ਜੀ ਸਾਡੇ ਬੱਚਿਆਂ ਨੂੰ ਮੱਥਾ ਟੇਕਣ ਤੋਂ ਵਰਜ ਦਿੱਤਾ। ਕੁਝ ਕੰਮ ਸਰਕਾਰਾਂ ਦੇ ਹੱਥ ਵੀ ਹੈ ਕਿ ਜੇ ਪੁਲਿਸ ਵਿਚਾਰੀ ਖੜੀ ਹੈ, ਪਰ ਇਹੋ ਜਿਹੇ ਲੋਕਾਂ ਨੂੰ ਰੋਕਣਾ ਵੀ ਚਾਹੀਦਾ ਹੈ ਕਿ ਜਿਹੜੇ ਇਸ ਤਰ੍ਹਾਂ ਹਜੂਮ ਮਚਾਉਂਦੇ ਨੇ, ਹੜਦੰਗ ਮਚਾਉਂਦੇ ਨੇ, ਤਾਂ ਇਹਨਾਂ ਦੀ, ਕਿਉਂਕਿ ਇਹ ਸਾਰਿਆਂ ਦਾ ਹੀ ਫਰਜ਼ ਹੈ। ਮੈਂ ਸਮਝਦਾ ਕਿ ਜਿਨ੍ਹਾਂ ਮਾਪਿਆਂ ਦੇ ਬੱਚੇ ਵੀ ਗਏ ਜਾਂ ਜਿਨ੍ਹਾਂ ਦੇ ਮਾਪਿਆਂ ਦੇ ਬੱਚਿਆਂ ਨੇ ਕਾਰਵਾਈ ਕੀਤੀ, ਪਛਤਾਉਂਦੇ ਉਹ ਵੀ ਹੋਣਗੇ, ਪਰ ਉਹਨਾਂ ਨੂੰ ਕਿਤੇ ਦੁੱਖ ਵੀ ਹੋਊਗਾ ਵੀ ਸਾਡੇ ਬੱਚਿਆਂ ਨੇ ਆਹ ਕੁਝ ਕੀਤਾ। ਮਤਲਬ ਇਸ ਕੰਮ ਤੇ ਖੁਸ਼ ਹੋਣ ਵਾਲਾ ਤਾਂ ਕੰਮ ਹੈ ਨਹੀਂ। ਦਰਦ ਉਸ ਮਾਂ ਨੂੰ ਵੀ ਹੋਊਗਾ ਜਿਹਦੇ ਮੁੰਡੇ ਨੇ ਗਲਤ ਕੀਤਾ, ਜਿਹਦੇ ਨਾਲ ਹੋਇਆ। ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਸੀ, ਹੋ ਸਕਦਾ ਉਹ ਜਿਹੜਾ ਹਜੂਮ ਆ ਉਹ ਕਿਤੇ ਜਿਹੜੀ ਸਿੱਖ ਬਾਣੇ ਦੇ ਪ੍ਰਤੀ ਉਹਨਾਂ ਮਨਾਂ ਵਿੱਚ ਪਹਿਲਾਂ ਹੀ ਜ਼ਹਿਰ ਭਰੀ ਹੋਈ ਸੀ, ਕਿਉਂਕਿ ਉਹ ਪ੍ਰਦੀਪ ਸਿੰਘ ਨੂੰ ਬਾਣੇ ਵਿੱਚ ਦੇਖ ਕੇ, ਜਦੋਂ ਕਿ ਉਹਦਾ
ਚਿਹਰਾ ਮੋਹਰਾ, ਉਹਦੀ ਜੀਵਨ ਬਹੁਤ ਅੱਛੇ ਵਾਲਾ ਉਹ ਪਰਿਵਾਰ ਦਾ ਬੱਚਾ ਹੈ। ਪਰ ਜਿਹੜੇ ਵਿਰੋਧੀ ਨੇ ਉਹ ਪਤਾ ਨਹੀਂ ਉਸ ਬਾਣੇ ਪ੍ਰਤੀ ਕਿਹੜੀ ਸੋਚ ਰੱਖ ਕੇ ਖੜੇ ਸਨ, ਜਿਹੜਾ ਉਹਨਾਂ ਨੇ ਉਹ ਤੋਂ ਬਦਲਾ ਲੈਣ ਵਾਲੀ ਨੀਤੀ ਦੇ ਨਾਲ ਬਿਨਾਂ ਦੁਸ਼ਮਣੀ ਤੋਂ ਉਹਦੇ ਤੇ ਐਡਾ ਵੱਡਾ ਅਟੈਕ ਕਰਕੇ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਆਪਾਂ ਸਮਝਦੇ ਕਿ ਇਹ 'ਚ ਸਰਕਾਰਾਂ ਵੀ ਯੋਗਦਾਨ ਪਾਉਣ, ਇਹਦੇ ਸਾਡੇ ਸਲੇਬਸਾਂ ਦਾ ਯੋਗਦਾਨ ਵੀ ਹੋਵੇ, ਇਹਦੇ ਧਾਰਮਿਕ ਸਭਾ ਜਿਹੜੀ ਗੱਲ ਜਥੇਦਾਰ ਸਾਹਿਬ ਹੋਰਾਂ ਨੇ ਕਹੀ ਆ, ਜਥੇਦਾਰ ਸਾਹਿਬ ਹੋਰਾਂ ਨੇ ਬੋਲਦਿਆਂ ਕਿਹਾ ਕਿ ਜਿਹੜੇ ਇਹ ਲੋਕ ਹੁੜਦੰਗ ਮਚਾ ਰਹੇ ਨੇ ਜਾਂ ਹੱਲਾ ਗੁੱਲਾ ਕਰ ਰਹੇ ਨੇ, ਇਹਦਾ ਕੁਛ ਨਾ ਕੁਛ ਜ਼ਿੰਮੇਵਾਰ ਸਰਕਾਰਾਂ ਰਹੀਆਂ ਨੇ, ਕਿਉਂਕਿ ਪਿਛਲੇ 15-20 ਸਾਲਾਂ ਤੋਂ ਸਾਡੀਆਂ ਸੰਸਥਾਵਾਂ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਹ ਸੰਸਥਾਵਾਂ ਸੇਧ ਨਹੀਂ ਦੇ ਸਕੀਆਂ, ਇਸੇ ਕਰਕੇ ਉਹ ਸਰਕਾਰਾਂ ਨਾਲ ਹੀ ਲੜਦੀਆਂ ਰਹਿ ਗਈਆਂ। ਤਾਂ ਇਹ ਵੀ ਇੱਕ ਕਾਰਨ ਹੈਗਾ। ਦੇਖੋ, ਜਿਹੜੀ ਸਾਡੀ ਪੰਥ ਵਿਰੋਧੀ ਸ਼ਕਤੀਆਂ ਬੈਠੀਆਂ ਨੇ ਉਹ ਸਾਡੇ ਹਰ ਥਾਂ ਦੇ ਉੱਤੇ ਖੱਲਰ ਵੀ ਪਾਉਣਗੀਆਂ, ਇਹਨੂੰ ਮੰਨ ਕੇ ਚੱਲਣਾ ਚਾਹੀਦਾ। ਸਿੰਘ ਸਾਹਿਬ ਜੀ ਉਹਨਾਂ ਦਾ ਦਰਦ ਬਿਲਕੁਲ ਸਹੀ ਹੈ, ਕਿਉਂਕਿ ਉਹਨਾਂ ਨੂੰ ਇਹੋ ਜਿਹੇ ਮੌਕਿਆਂ ਦੀ ਭਾਲ ਹੁੰਦੀ ਹੈ, ਉਹਨਾਂ ਦੇ ਮਨਾਂ 'ਚ ਜ਼ਹਿਰ ਵੀ ਭਰੇ ਹੁੰਦੇ ਨੇ। ਤੇ ਸੱਚਮੁੱਚ ਇਹ ਵੀ ਇੱਕ ਵੱਡਾ ਕਾਰਨ ਸਾਨੂੰ ਭਵਿੱਖ ਵਿੱਚ ਵੀ, ਕਿਉਂਕਿ ਸਾਡਾ ਕਿਹੜਾ ਵੀ ਕਿਸੇ ਨੂੰ ਆਇਡੈਂਟੀ ਕਾਰਡ ਤਾਂ ਦਿੱਤਾ ਨਹੀਂ ਹੁੰਦਾ ਵੀ ਇਹ ਕੌਣ ਆ, ਇਹ ਕੌਣ ਆ। ਜਿਹੜਾ ਹਾਜ਼ਰ ਹੋ ਗਿਆ ਵੱਡੇ ਇਕੱਠ ਦੇ ਵਿੱਚ, ਉਹ ਸਾਡੇ ਵਾਲੀ ਸੋਚ ਵਾਲਾ ਹੈ ਵੀ ਆ ਕਿ ਸਾਡੇ ਵਾਲੀ ਸੋਚ ਤੋਂ ਬਿਲਕੁਲ ਹੀ ਉਲਟ ਹੈ, ਜਾਂ ਕਿਸੇ ਇਸ ਮਾਨਸਿਕਤਾ ਨਾਲ ਹੀ ਆਇਆ ਹੋਇਆ, ਇਸ ਸੋਚ ਨਾਲ ਹੀ ਆਇਆ ਹੋਇਆ ਕਿ ਮੈਂ ਇੱਥੇ ਕਿੰਨਾ ਕੁ ਹੋਰ ਇਹਨਾਂ 'ਚ ਖੱਲਰ ਪਾ ਸਕਦਾ, ਜਾਂ ਇਨਡਾਇਰੈਕਟ ਵੇ ਨਾਲ ਮੈਂ ਇਹਨਾਂ ਨੂੰ ਕੁਝ ਨਾ ਕੁਝ ਆਪਣੀ ਹੋਂਦ ਦੇ ਨਾਲ ਵੀ ਕੁਝ ਖਰਾਬੀ ਕਰਕੇ ਵਿਖਾ ਸਕਦਾ। ਇਹਨੂੰ ਪ੍ਰਵਾਨ ਕਰਨਾ ਪਏਗਾ, ਔਰ ਸਾਨੂੰ ਭਵਿੱਖ ਵਿੱਚ ਆਪਣੇ ਇਹਨਾਂ ਸਥਾਨਾਂ ਤੇ ਬਹੁਤ ਵੱਡੀ ਬਾਜ਼ ਅੱਖ ਵੀ ਰੱਖਣੀ ਪਏਗੀ, ਕਿਉਂਕਿ ਇਹ ਤਾਂ ਓਪਨ ਹੈ। ਅਸੀਂ ਸਾਡੇ ਤਾਂ ਕੋਈ ਰੋਕ ਟੋਕ ਹੀ ਨਹੀਂ ਹੈ, ਆ ਰਿਹਾ ਜਾ ਰਿਹਾ ਜੋ ਕੁਝ ਵੀ ਮਰਜ਼ੀ ਕਰ ਰਿਹਾ, ਇਹ ਤਾਂ ਸਤਿਗੁਰੂ ਦੀ ਰਹਿਮਤ ਵੀ ਕੰਮ ਚੱਲੀ ਗਿਆ। ਪਰ ਹੁਣ ਜਿਹੜੀ ਸਥਿਤੀ ਇੱਕ ਛੋਟਾ ਜਿਹਾ ਸਵਾਲ ਹੋਰ, ਜਿਵੇਂ ਪਹਿਲਾਂ ਕਿਹਾ ਕਿ ਪੰਜਾਬ ਤੋਂ ਬਾਹਰ, ਕਿਉਂਕਿ ਦੁਨੀਆ ਦੇ ਹਰ ਕੋਨੇ ਦੇ ਵਿੱਚ ਸਿੱਖ ਭਾਈਚਾਰਾ ਵਸਦਾ ਹੈ, ਕਈ ਥਾਵਾਂ ਤੇ ਮਿਨੋਰਟੀ ਦੇ ਵਿੱਚ ਆ। ਪੰਜਾਬ ਦੇ ਵਿੱਚ ਅਸੀਂ ਮਿਨੋਰਟੀ 'ਚ ਨਹੀਂ ਆ, ਪਰ ਕਈ ਥਾਵਾਂ ਤੇ ਅਸੀਂ ਮਿਨੋਰਟੀ ਦੇ ਵਿੱਚ ਆ, ਦਿੱਲੀ ਦੇ ਵਿੱਚ ਅਸੀਂ ਮਿਨੋਰਟੀ 'ਚ ਆ। ਜਦੋਂ ਅਜਿਹੀ ਕੋਈ ਘਟਨਾ ਹੁੰਦੀ ਹੈ ਤਾਂ ਇੱਕ ਮੀਡੀਆ ਦਾ ਅਜਿਹਾ ਸੈਕਸ਼ਨ ਹੈ ਜਿਹੜਾ ਇਹ ਪੱਬਾਂ ਭਾਰ ਹੋ ਕੇ ਚੀਜ਼ਾਂ ਨੂੰ ਫਲੇਅਰ ਔਨ ਕਰਕੇ ਦਿਖਾਉਂਦਾ ਕਿ ਦੇਖੋ ਪੰਜਾਬ ਦੇ ਵਿੱਚ ਆ ਹੋ ਗਿਆ, ਪੰਜਾਬ ਦੇ ਵਿੱਚ ਖਾਲਿਸਤਾਨ ਮੂਵਮੈਂਟ ਨੇ ਜ਼ੋਰ ਫੜ ਲਿਆ, ਅਨੰਦਪੁਰ ਸਾਹਿਬ ਦੇ ਵਿੱਚ ਬੱਚਾ ਮਾਰ ਦਿੱਤਾ, ਫਲਾਣੀ ਜਗ੍ਹਾ ਤੇ ਕਤਲ ਹੋ ਗਿਆ। ਸੋ ਇਹਨਾਂ ਚੀਜ਼ਾਂ ਦਾ ਅਸਰ ਬਾਹਰ ਰਹਿੰਦੇ ਗੁਰਸਿੱਖ ਪਰਿਵਾਰਾਂ ਤੇ ਵੀ ਪੈਂਦਾ। ਮਨੀਕਰਨ ਦੀ ਘਟਨਾ ਨੂੰ ਇੱਕ ਐਗਜ਼ਾਮਪਲ ਵਜੋਂ ਲੈ ਲੈਂਦੇ ਆਪਾਂ। ਬਿਲਕੁਲ ਜੀ, ਕੁਦਰਤੀ ਹੈ ਕਿ ਜਿਹੜਾ ਸਾਡਾ ਬਹੁਤਾ ਮੀਡੀਆ ਦਾ ਕਾਫੀ ਵਰਗ ਹੈ ਜਿਹੜਾ ਸਾਡੀ ਇੱਕ ਨੈਗੇਟਿਵ ਖਬਰ ਆ ਜੇ ਤਾਂ ਉਹ ਸਾਰਾ ਦਿਨ ਉਹਨੂੰ ਉਛਾਲਦਾ ਹੈ। ਸਿੱਖ ਸਮਾਜ ਚੰਗੇ ਤੋਂ ਚੰਗਾ ਕਾਰਜ ਕਰਦਾ, ਜਗ੍ਹਾ ਜਗ੍ਹਾ ਤੇ ਲੰਗਰ ਲੱਗੇ ਨੇ, ਕਰੋਨਾ ਕਾਲ ਵਿੱਚ ਇੰਨਾ ਕੁਝ ਕੀਤਾ। ਸਾਡੀ ਪੋਜ਼ਿਟਿਵ ਜਾਂ ਵਧੀਆ ਜਿਹੜੀ ਗੱਲ ਹੈ ਉਹਨੂੰ ਤਾਂ ਮਾੜਾ ਮੋਟਾ ਹੀ ਸਥਾਨ ਦੇਵੇਗਾ, ਪਰ ਜਦੋਂ ਉਹਨੂੰ ਕੋਈ ਇੱਕ ਖਬਰ ਲੱਭਦੀ ਆ ਤੇ ਉਹ ਵਿਸ਼ਵ ਭਰ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕਰਦਾ ਕਿ ਸਿੱਖ ਬਹੁਤੇ ਚੰਗੇ ਨਹੀਂ ਹੈਗੇ, ਜਦੋਂ ਕਿ ਅਸੀਂ 99% ਸਾਡਿਆਂ ਚੋਂ ਕੋਈ ਇਹੋ ਜਿਹਾ ਅਸੀਂ ਸਰਬੱਤ ਦੇ ਭਲੇ ਵਾਲੀ ਲੋਕ ਆ, ਜਿੰਨਾ ਕੁਝ ਅਸੀਂ ਕਰ ਰਹੇ ਹਾਂ ਵਿਸ਼ਵ ਪੱਧਰ ਦੇ ਉੱਤੇ ਹਰ ਸਟੇਟ ਦੇ ਵਿੱਚ ਜਾ ਕੇ ਬਹੁਤ ਚੰਗਾ ਕਾਰਜ ਕੀਤਾ। ਪਰ ਜਿਹੜੀ ਕੁਦਰਤੀ ਆ ਜਿਹੜਾ ਪ੍ਰਚਾਰ ਦਾ ਢੰਗ ਹੈ ਉਹ ਮੀਡੀਆ ਦੇ ਕੋਲ ਹੈ। ਮੀਡੀਆ ਨੇ ਜ਼ਹਿਰ ਨੂੰ ਗੁੜ ਬਣਾਉਣਾ ਕਿ ਗੁੜ ਨੂੰ ਜ਼ਹਿਰ ਬਣਾਉਣਾ, ਉਹਦੇ ਹੱਥ 'ਚ ਇਹ ਗੱਲਾਂ ਹੁੰਦੀਆਂ ਨੇ, ਔਰ ਇਹਦਾ ਸਾਨੂੰ ਨੁਕਸਾਨ ਇਸ ਲਈ ਹੁੰਦਾ ਕਿ ਕਿਉਂਕਿ ਜਿੱਥੇ ਵੀ ਅਸੀਂ, ਕਿਉਂਕਿ ਜਿਸ ਹਰ ਸਟੇਟ 'ਚ ਅਸੀਂ ਬੈਠੇ ਹਾਂ, ਹਰ ਦੇਸ਼ 'ਚ ਅਸੀਂ ਬੈਠੇ ਹਾਂ, ਤਾਂ ਕੁਦਰਤੀ ਹੈ ਕਿ ਇਹੋ ਜਿਹੀ ਘਟਨਾ ਦੇਖੋ ਸਾਰਿਆਂ ਦੇ ਮਨਾਂ ਨੂੰ ਮਤਲਬ ਪ੍ਰਭਾਵਿਤ ਤੇ ਕਰਨਾ ਹੀ ਕਰਨਾ, ਔਰ ਕੀਤਾ ਵੀ ਆ, ਔਰ ਬਹੁਤ ਵੱਡੇ ਪੱਧਰ ਤੇ ਕੀਤਾ। ਭਾਵੇਂ ਉੱਥੇ ਅਸੀਂ ਬਹੁਤ ਵੱਡਾ ਕੁਝ ਕਾਰਜ ਕੀਤੇ, ਬਹੁਤ ਕੁਝ ਹੋਇਆ, ਪਰ ਆ ਇੱਕ ਘਟਨਾ ਨੇ ਏਡੀ ਵੱਡੀ ਨਮੋਸ਼ੀ ਦਾ ਕਾਰਨ ਬਣ ਗਈ ਹੈ ਸਾਡੇ ਵਾਸਤੇ, ਸਿੱਖ ਸਮਾਜ ਵਾਸਤੇ, ਕਿ ਇਹਨਾਂ ਸਥਾਨਾਂ ਤੇ ਆ ਕੁਝ ਵੀ ਹੋ ਸਕਦਾ। ਸੱਚਮੁੱਚ ਇਹਦਾ ਪ੍ਰਭਾਵ ਤੇ ਗਲਤ ਜਾਂਦਾ। ਪ੍ਰੋਫੈਸਰ ਦਮਨ ਸੰਧੂ ਕੋਲ ਚਲਦੇ ਹਾਂ। ਦਮਨ ਸੰਧੂ ਜੀ, ਮੈਂ ਜਦੋਂ ਵੀ ਕੋਈ ਪ੍ਰੋਗਰਾਮ ਕਰਨਾ ਹੁੰਦਾ ਤਾਂ ਮੈਂ ਥੋੜਾ ਰਿਸਰਚ ਜ਼ਰੂਰ ਕਰਦਾ। ਮੈਂ ਅੱਜ ਕੁਝ ਤਸਵੀਰਾਂ ਕੁਝ ਰਿਸਰਚ ਕਰ ਰਿਹਾ ਸੀ ਤਾਂ ਸਮਝ ਆਈਆਂ ਅੱਜ ਤੋਂ ਇੱਕ ਦਹਾਕਾ ਪਹਿਲਾਂ ਜਾਂ 15 ਸਾਲ ਪਹਿਲਾਂ ਵੀ, ਕਿਉਂਕਿ ਇਹ ਜੋੜ ਮੇਲੇ ਸਦੀਆਂ ਤੋਂ ਚੱਲਦੇ ਆ ਰਹੇ ਨੇ, ਉਹਨਾਂ ਜੋੜ ਮੇਲਿਆਂ ਦੇ ਵਿੱਚ ਵੀ ਨੌਜਵਾਨ ਆਉਂਦੇ ਹੁੰਦੇ ਸੀਗੇ, ਕੁੜਤੇ ਪਜਾਮੇ ਪਾ ਕੇ, ਪੱਗਾਂ ਬੰਨ ਕੇ, ਸਿਰਾਂ ਤੇ ਪੱਗਾਂ, ਦਸਤਾਰਾਂ ਸਜਾਈਆਂ, ਦਾੜੀਆਂ ਰੱਖੀਆਂ, ਕੋਈ ਗੱਡਿਆਂ ਤੇ ਆ ਰਿਹਾ, ਕੋਈ ਟਰੈਕਟਰਾਂ ਤੇ ਆ ਰਿਹਾ, ਪਰ ਕਦੇ ਵੀ ਕੋਈ ਹੁੜਦੰਗ ਦੀ ਖਬਰ ਨਹੀਂ ਸੀ। ਨਾਮ ਸਿਮਰਨ ਜਪਦਿਆਂ ਹੋਇਆ ਲੋਕ ਆਉਂਦੇ ਨੇ, ਥਾਂ ਥਾਂ ਲੰਗਰ ਲੱਗਦੇ ਨੇ। ਪਰ ਅੱਜ ਦੀ ਜਿਹੜੀ ਅਸੀਂ ਤਸਵੀਰ ਦੇਖਦੇ ਹਾਂ, ਯਕੀਨੀ ਤੌਰ ਤੇ ਤੁਸੀਂ ਵੀ ਦੇਖਦੇ ਹੋਵੋਗੇ, ਉਹ ਤਸਵੀਰ ਉਹ ਬਿਲਕੁਲ ਅਲੱਗ ਹੈ। ਅੱਜ ਦੇ ਰੋਲ ਮਾਡਲ ਬਦਲ ਚੁੱਕੇ ਨੇ, ਅੱਜ ਦਾ ਸੱਭਿਆਚਾਰ ਬਦਲ ਚੁੱਕਾ ਹੈ। ਅੱਜ ਸਾਡੇ ਰੋਲ ਮਾਡਲ ਗਾਇਕ ਬਣ ਚੁੱਕੇ ਨੇ, ਉਹਨਾਂ ਵੱਲੋਂ ਗਾਏ ਜਾਂਦੇ ਗਾਣੇ ਸਾਡੇ ਰੋਲ ਮਾਡਲ ਨੇ। ਥੋੜਾ ਜਿਹਾ ਸਮਝਾਓ ਇਹ ਮਨੋਬਿਰਤੀ ਬਦਲੀ ਕਿਵੇਂ ਹੈ?
you're very right. जो ਅਸੀਂ consume ਕਰਦੇ ਹਾਂ on social media, on media, that influences our attitudes, behaviors, thoughts, the way we think, the way we behave, everything. So over the time ਬੱਚਿਆਂ ਨੂੰ ਲੱਗਦਾ ਹੈ ਕਿ if they want to be successful, ਜੇ ਉਹਨਾਂ ਨੂੰ ਇੱਕ ਆਪਣਾ name, fame ਚਾਹੀਦਾ ਹੈ, they have to copy them. And not only what they're watching on the TV or in films and in music, but ਜਿਹੜੇ ਇੱਕ video games ਜਿਹੜਾ ਬੱਚੇ ਖੇਲ ਰਹੇ ਨੇ ਜਿਸ ਹਿਸਾਬ ਨਾਲ ਜਿੱਥੇ aggression ਇੰਨਾ ਹੈ, violence ਇੰਨਾ ਹੈ, ਤੇ ਉਹ ਆਪਣੀ ਰੀਅਲ ਲਾਈਫ ਦੇ ਵਿੱਚ ਵੀ ਉਹਨੂੰ ਕੈਰੀ ਓਵਰ ਕਰਦੇ ਨੇ. ਸੋ ਦੈਟ ਇਜ਼ ਅਨਦਰ ਫੈਕਟਰ. ਬਾਕੀ ਇਹ ਹੈ ਕਿ ਓਵਰ ਦਾ ਟਾਈਮ ਜੋ ਇੱਕ ਸੁਹਿਰਦਤਾ ਹੁੰਦੀ ਹੈ ਕਿਸੇ ਕੌਮ ਦੀ, ਮੈਨੂੰ ਲੱਗਦਾ ਹੈ ਕਿ ਪੰਜਾਬੀਆਂ ਦੇ ਵਿੱਚ ਅੱਗੇ ਨਾਲੋਂ ਘਟੀ ਆ. ਇੱਕ ਜਿਹੜੀ ਇੱਕ ਸੈਂਸਿਟਿਵਿਟੀ ਹੈ ਜਾਂ ਇੱਕ ਸੀਰੀਅਸਨੈਸ ਹੈ ਜਾਂ ਇੱਕ ਸਿੰਸੈਰਿਟੀ ਹੈ ਟੂਵਰਡਸ ਅ ਕਾਜ਼, ਅ ਪਰਪਸ, ਉਹਦੇ ਬਾਰੇ ਕੋਈ ਬਹੁਤੀਆਂ ਖੁੱਲ੍ਹ ਕੇ ਗੱਲਾਂ ਨਹੀਂ ਹੋਈਆਂ. ਮੇ ਬੀ ਬਿਕੋਜ਼ ਆਫ ਟੀਚਰਸ ਨੇ ਕਿਤੇ ਆਪਣਾ ਰੋਲ ਨਹੀਂ ਪਲੇ ਕੀਤਾ, ਔਰ ਆਈ ਸੈਡ ਕਿ ਪੇਰੈਂਟਸ ਨੇ ਬੱਚਿਆਂ ਵੱਲ ਧਿਆਨ ਨਹੀਂ ਦਿੱਤਾ. ਐਂਡ ਓਵਰ ਦਾ ਟਾਈਮ ਇੱਕ ਜਿਹੜਾ ਐਥੀਕਲ ਵੈਲਿਊਜ਼ ਨੇ ਉਹ ਡਿਟੀਰੀਓਰੇਟ ਹੋ ਗਈਆਂ ਨੇ, ਤੇ ਸਾਡੀ ਜਿਹੜੀ ਸੁਸਾਇਟੀ ਆ ਉਹ ਜ਼ਿਆਦਾ ਬੀਇੰਗ ਲਾਊਡ, ਸ਼ੋ ਆਫ, ਇੱਕ ਫੇਕ ਜਿਹੜੀ ਇੱਕ ਆਈਡੈਂਟਿਟੀ ਹੈ ਉਹਦੇ ਦੇ ਵਿੱਚ ਅਸੀਂ ਵੀ ਆਰ ਰਨਿੰਗ ਆਫਟਰ ਦੈਟ, ਰਾਦਰ ਕਿ ਜੋ ਇੱਕ ਪਰਸਨਲ ਲੈਵਲ ਤੇ ਸਾਡੀਆਂ ਅਚੀਵਮੈਂਟਸ ਨੇ ਉਹਦੇ ਤੋਂ ਅਸੀਂ ਕੌਨਫੀਡੈਂਸ ਗੇਨ ਕਰੀਏ. ਬੱਚੇ ਕੌਨਫੀਡੈਂਸ ਕਿਹੜੀਆਂ ਚੀਜ਼ਾਂ ਤੋਂ ਲੱਭ ਰਹੇ ਨੇ ਅੱਜ ਕੱਲ, ਜਿਹੜੀਆਂ ਆਊਟਵਰਡ ਚੀਜ਼ਾਂ ਨੇ, ਮਟੀਰੀਅਲਿਸਟਿਕ ਚੀਜ਼ਾਂ ਨੇ, ਐਂਡ ਦੇ ਵਾਂਟ ਟੂ ਡੂ ਇਟ ਜਸਟ ਵਿਦਨ ਵੈਰੀ ਸ਼ਾਰਟ ਸਪੈਨ ਆਫ ਟਾਈਮ, ਸ਼ਾਰਟਕਟ ਲੱਭ ਰਹੇ ਨੇ. ਤੇ ਉਹਦੇ ਵਿੱਚੋਂ ਫਿਰ ਬੈਡ ਕੰਪਨੀ, ਬੁਰੀ ਸੰਗਤ, ਬੈਡ ਰੋਲ ਮਾਡਲਸ, ਉਹਨਾਂ ਦੇ ਹਿਸਾਬ ਨਾਲ ਚੱਲਣਾ, ਉਹਨਾਂ ਦੇ ਜਿਹੜੇ ਲੀਡਰਸ ਨੇ ਉਹਨਾਂ ਨੂੰ ਫੋਲੋ ਕਰਨਾ, ਉਹਨਾਂ ਦੇ ਇਸ਼ਾਰਿਆਂ ਤੇ ਨੱਚਣਾ. ਸੋ ਆਪਣੀ ਪਹਿਚਾਣ ਖੋ ਕੇ ਕਿਸੇ ਦੇ ਮਗਰ ਜਦੋਂ ਅਸੀਂ ਲੱਗਦੇ ਹਾਂ ਉਦੋਂ ਬਹੁਤ ਵੱਡਾ ਇੱਕ ਆਈ ਥਿੰਕ ਇਟਸ ਅ ਸਿਨ ਕਿ ਵੈਨ ਵੀ ਆਰ ਨਾਟ ਡਿਸਕਵਰਿੰਗ ਆਰ ਓਨ ਪਰਪਸ ਇਨ ਲਾਈਫ, ਆਪਣਾ ਅਸੀਂ ਕੀ ਕਰਨਾ ਚਾਹੁੰਦੇ ਹਾਂ. ਬਾਕੀ ਓਵਰ ਦਾ ਟਾਈਮ ਮੈਨੂੰ ਲੱਗਦਾ ਕਿ ਪੇਰੈਂਟਸ ਨੇ ਵੀ ਬੱਚਿਆਂ ਨੂੰ ਕੋਈ ਬਹੁਤ ਹੈਲਦੀ ਐਜੂਕੇਸ਼ਨ ਨਹੀਂ ਦੇ ਰਹੇ, ਐਂਡ ਘਰ ਵਿੱਚ ਜਿਹੜਾ ਵਰਜਣਾ ਹੈ ਬੱਚੇ ਨੂੰ ਰੋਕਣਾ ਜਾਂ ਇੱਕ ਕੌਨਸੀਕੁਐਂਸਿਸ ਬਾਰੇ ਦੱਸਣਾ ਕਿ ਜਿਹੜੀ ਤੁਸੀਂ ਕਰ ਰਹੇ ਹੋ ਚੀਜ਼ ਉਹਦੇ ਕੀ ਕੌਨਸੀਕੁਐਂਸਿਸ ਨੇ, ਔਰ ਦ ਸਿੰਪਲ ਆਈਡੀਆ ਕਿ ਜਿਹੜੀ ਤੁਹਾਡੀ ਲਾਈਫ ਉਹ ਤੁਹਾਡੀ ਆਪਣੀ ਰਿਸਪੌਂਸਿਬਿਲਿਟੀ ਹੈ, ਨਾ ਕਿ ਕਿਸੇ ਹੋਰ ਦੀ ਹੈ. ਸੋ ਜੇ ਤੁਸੀਂ ਅੱਛੀਆਂ ਚੀਜ਼ਾਂ ਚੂਜ਼ ਕਰੋਗੇ ਉਹਦੇ ਰਿਜ਼ਲਟਸ ਵੀ ਅੱਛੇ ਹੋਣਗੇ. ਜੇ ਤੁਸੀਂ ਇਹਨਾਂ ਚੀਜ਼ਾਂ ਦੇ ਪਿੱਛੇ ਜਾਓਗੇ ਡੈਫੀਨੇਟਲੀ ਇਹ ਤੁਹਾਨੂੰ ਦੇ ਵਿਲ ਲੈਂਡ ਯੂ ਇਨ ਟਰਬਲ. ਆਈ ਥਿੰਕ ਆਲ ਥੀਸ ਥਿੰਗਸ, ਪੇਰੈਂਟਸ ਦੀ ਇੱਕ ਐਜੂਕੇਸ਼ਨ, ਪੇਰੈਂਟਸ ਦੀ ਇਨਵੋਲਵਮੈਂਟ ਇਨ ਦ ਚਿਲਡਰਨਸ ਲਾਈਫ, ਉਹ ਬਹੁਤ ਕਮੀ ਆਈ ਹੈ ਓਵਰ ਦ ਈਅਰਸ, ਤਾਂ ਜਿਹਦੇ ਕਰਕੇ ਵੀ ਹੈਵ ਸੀਨ ਦਿਸ ਡਿਟੀਰੀਓਰੇਸ਼ਨ ਇਨ ਦ ਸੋਸਾਇਟੀ ਐਜ਼ ਅ ਹੋਲ. ਬਿਲਕੁਲ ਠੀਕ. ਜਿਵੇਂ ਡਾਕਟਰ ਇੰਦਰਜੀਤ ਸਿੰਘ ਹੋਰਾਂ ਨੇ ਦੱਸਿਆ ਸੀਗਾ ਕਿ ਕੋਈ ਵੀ ਰੋਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਨੂੰ ਇਸ ਪ੍ਰਭਾਵ ਦੇ ਨਾਲ ਲੈ ਕੇ ਆਂਦਾ ਜਾਂਦਾ ਕਿ ਇਹ ਸਾਡੇ ਦੁਸ਼ਮਣ ਨੇ. ਭਾਵੇਂ ਉਹ ਟਾਸਕ ਫੋਰਸ ਦੀ ਉਹਨਾਂ ਨੇ ਗੱਲ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਟਾਸਕ ਫੋਰਸ ਹੈ ਜਿਹੜੀ ਇਹ ਤੈਅ ਕਰਦੀ ਹੈ ਕਿ ਗੁਰੂ ਮਰਿਆਦਾ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ. ਜੇ ਕੋਈ ਟਾਸਕ ਫੋਰਸ ਦਾ ਮੁਲਾਜ਼ਮ, ਕੋਈ ਸੇਵਾਦਾਰ ਕਿਸੇ ਨੂੰ ਟੋਕ ਵੀ ਦਿੰਦਾ, ਨਾਲ ਦੀ ਨਾਲ ਫੋਨ ਕੱਢ ਕੇ ਅਸੀਂ ਵੀਡੀਓ ਬਣਾਉਣ ਲੱਗ ਜਾਂਦੇ, ਆਹ ਵੇਖੋ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਆਹ ਹੋ ਰਿਹਾ, ਸਾਨੂੰ ਆਹ ਕੀਤਾ ਜਾ ਰਿਹਾ, ਆਹ ਗੁੰਡੇ ਨੇ, ਆਹ ਫਲਾਣਾ ਨੇ. ਸੇਮ ਇੱਦਾਂ ਹੀ ਕਿ ਟ੍ਰੈਫਿਕ ਪੁਲਿਸ ਵਾਲਾ ਜੇ ਕਿਸੇ ਗੱਡੀ ਨੂੰ ਰੋਕ ਲੈਂਦਾ ਤਾਂ ਨੌਜਵਾਨ ਮਿੰਟ 'ਚ ਮੋਬਾਈਲ ਕੱਢ ਕੇ ਉਹਦੀ ਵੀਡੀਓ ਬਣਾਉਣ ਲੱਗ ਜਾਂਦੇ ਨੇ ਕਿ ਆਹ ਦੇਖੋ ਜੀ ਸਾਨੂੰ ਆਹ ਕੀਤਾ ਜਾ ਰਿਹਾ, ਸਾਨੂੰ ਉਹ ਕੀਤਾ ਜਾ ਰਿਹਾ. ਸੋ ਸਾਨੂੰ ਇਹ ਸਾਰਾ ਕੁਝ ਸਮਝਣ ਦੀ ਲੋੜ ਹੈ. ਸਾਨੂੰ ਇਹ ਦੱਸਣਾ ਪਏਗਾ, ਸਾਨੂੰ ਇਹ ਦੇਖਣਾ ਪਏਗਾ ਕਿ ਇਹ ਚੀਜ਼ਾਂ ਕਿੱਧਰ ਵੱਲ ਨੂੰ ਜਾ ਰਹੀਆਂ ਨੇ. ਹਾਲ ਹੀ ਦੇ ਵਿੱਚ ਇੱਕ ਘਟਨਾ ਪਟਿਆਲਾ ਦੇ ਵਿੱਚ ਵੀ ਹੋਈ ਆ, ਉਹਦਾ ਵੀ ਜ਼ਿਕਰ ਕਰ ਲੈਂਦੇ ਆ ਕਿਉਂਕਿ ਉਹ ਵੀ 20 ਸਾਲ ਦਾ ਇੱਕ ਨੌਜਵਾਨ ਹੈ ਜਿਸ ਨੂੰ ਕਤਲ ਕਰ ਦਿੱਤਾ ਗਿਆ. ਤਸਵੀਰ ਤੁਹਾਨੂੰ ਦਿਖਾ ਰਹੇ ਹਾਂ CCTV ਦੀ. 4 ਨੌਜਵਾਨ ਇਸ ਨੌਜਵਾਨ ਨੂੰ ਕਿਰਚਾ ਮਾਰ ਕੇ ਮਾਰ ਦਿੰਦੇ ਨੇ. ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਕਾਰਨ ਕੀ ਸੀ. ਕਾਰਨ ਸਿਰਫ ਇਹ ਸੀ ਕਿ PG ਦੇ ਵਿੱਚ ਰਹਿੰਦੇ ਸੀ ਇਹ ਨੌਜਵਾਨ ਇਕੱਠੇ, ਇੱਕ ਬਿਜਲੀ ਦਾ ਬਿੱਲ ਆਉਂਦਾ ਤਾਂ ਬਿਜਲੀ ਦਾ ਬਿੱਲ ਭਰਨ ਤੋਂ ਲੈ ਕੇ ਤਕਰਾਰ ਹੋ ਜਾਂਦੀ ਹੈ ਤਾਂ ਸ਼ਰੇਆਮ ਕਾਲਜ ਦੇ ਅੰਦਰ, ਕਾਲਜ ਕੈਂਪਸ ਦੇ ਅੰਦਰ ਇਸ ਮੁੰਡੇ ਨੂੰ ਕਤਲ ਕਰ ਦਿੱਤਾ ਜਾਂਦਾ ਹੈ. ਇਸ ਨੌਜਵਾਨ ਦੀ ਹਾਲਤ ਦੇਖੋ, ਮੋਟਰਸਾਈਕਲ ਤੇ ਬਿਠਾ ਕੇ ਉਸ ਨੂੰ ਲੈ ਕੇ ਜਾਂਦਾ. ਉਹ ਪਰਿਵਾਰ ਤੇ ਸਮਝੋ ਕੀ ਬੀਤਰੀ ਹੋਣੀ ਹੈ ਜਦੋਂ ਉਹਨਾਂ ਨੇ ਇਹ ਤਸਵੀਰਾਂ ਦੇਖੀਆਂ ਹੋਣੀਆਂ. ਸਿਰ ਦੇ ਕੇਸ ਖੁੱਲੇ ਹੋਏ ਨੇ, ਦਸਤਾਰ ਉਤਰੀ ਹੋਈ ਹੈ ਔਰ ਉਸ ਨੌਜਵਾਨ ਨੂੰ ਮੋਟਰਸਾਈਕਲ ਤੇ ਬਿਠਾ ਕੇ ਲਿਜਾਇਆ ਜਾਂਦਾ ਹੈ ਔਰ ਹਸਪੀਟਲ ਜਾਂਦੇ ਉਸ ਨੌਜਵਾਨ ਦੀ ਮੌਤ ਹੋ ਜਾਂਦੀ ਹੈ. ਖੂਨ ਜ਼ਿਆਦਾ ਵਗਣ ਕਰਕੇ ਉਸ ਨੌਜਵਾਨ ਦੀ ਮੌਤ ਹੋ ਜਾਂਦੀ ਹੈ. ਤਾਂ ਘਰ ਸਿਰਫ ਇੱਕ ਖਰਾਬ ਨਹੀਂ ਹੋਇਆ, ਘਰ 5 ਖਰਾਬ ਹੋਏ. 4 ਉਹ ਨੌਜਵਾਨ ਜਿਨ੍ਹਾਂ ਨੇ ਇਸ ਕਤਲ ਦੇ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਵੀ ਹੁਣ ਜੇਲ੍ਹ ਜਾਣਗੇ ਤਾਂ ਉਹ ਨੌਜਵਾਨ ਤਾਂ ਇਸ ਦੁਨੀਆ ਤੋਂ ਹੀ ਰੁਖਸਤ ਹੋ ਗਿਆ. ਚੰਗਾ ਭਲਾ ਹੋ ਗਿਆ ਸਵੇਰੇ, ਰੋਜ਼ ਜਾਂਦਾ ਸੀਗਾ, ਕਿਸੇ ਨਾਲ ਕੋਈ ਦੁਸ਼ਮਣੀ ਨਹੀਂ. ਇੰਨਾ ਸਾਡੇ ਸਾਰੇ ਘਰਾਂ ਪੁੱਛ ਕੱਲਾ ਬੱਚਾ ਕਿੰਨਾ 100 ਬੱਚਾ ਸੀਗਾ ਸਾਡਾ. ਦੇਖੋ ਐਜ਼ ਆਫ ਨਾਓ ਹੁਣ ਤੱਕ ਦੀ ਮੁੱਢਲੀ ਤਫਤੀਸ਼ 'ਚ ਤੇ ਇਹੀ 4 ਦੋਸ਼ੀ ਸੀਗੇ ਜੀ. ਹੋਰ ਉੱਥੇ ਲੜਨ ਵਾਲੇ ਬਹੁਤ ਲੋਕ ਸੀਗੇ, 8-10 ਜਾਣੇ ਦੋਨੇ ਸਾਈਡਾਂ ਤੋਂ ਸੀਗੇ, ਪਰ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਬੇਸਿਕਲੀ ਇਹ 4 ਲੋਕ ਹੀ ਸੀਗੇ. ਇਹ ਸਾਰੇ ਬੱਚੇ
ਸੈਕੰਡ ਈਅਰ ਥਰਡ ਈਅਰ ਦੇ ਉੱਥੇ ਪੜਨ ਵਾਲੇ ਹੀ ਹੈ। ਬਿਜਲੀ ਦੇ ਬਿੱਲ ਨੂੰ ਲੈ ਕੇ ਤਕਰਾਰ ਹੋਇਆ। ਜਿਹੜੀ ਮੈਂ ਗੱਲ ਕਹਿ ਰਿਹਾ ਕਿ ਕਈ ਛੋਟੀ ਛੋਟੀ ਚੀਜ਼ਾਂ ਹੁੰਦੀਆਂ, ਮੰਨ ਲਓ ਕਿ 2000 ਦਾ ਬਿਜਲੀ ਦਾ ਬਿੱਲ ਆਇਆ, 4 ਜਾਣੇ ਨੇ 500 ਦੇਣੇ ਜੀ, ਕੌਣ ਕਿੰਨੇ ਦਊਗਾ ਉਹਦੇ ਪਿੱਛੇ ਤਕਰਾਰ ਹੋਇਆ। ਇਹਨਾਂ ਨੇ ਉਸ ਤੋਂ ਬਾਅਦ ਟਾਈਮ ਬੰਨਿਆ ਕਿ ਚਲੋ ਵੀ ਕੱਲ ਨੂੰ ਮਿਲਦੇ ਆ, ਤੂੰ ਆਪਣੇ ਮੁੰਡੇ ਲੈ ਆਈ, ਮੈਂ ਆਪਣੇ ਮੁੰਡੇ ਲੈ ਆਵਾਂਗਾ। ਪਰ ਮੈਨੂੰ ਬੜਾ ਮਤਲਬ ਸ਼ੋਕ ਮਹਿਸੂਸ ਹੁੰਦਾ ਇਹ ਗੱਲ ਆਖਦੇ ਕਿ ਇੱਕ ਜਿਹੜਾ ਨੌਜਵਾਨ ਸੀਗਾ ਉਹ ਮਰਿਆ ਤੇ 4 ਜਿਹੜੇ ਨੌਜਵਾਨ ਜਿਨ੍ਹਾਂ ਨੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਇਹ ਅਸੀਂ ਅਰੈਸਟ ਕੀਤੇ ਤੇ 5 ਫੈਮਲੀਆਂ ਜਿਹੜੀਆਂ ਨੇ ਇੱਕ ਹੀਟ ਆਫ ਦਾ ਮੂਵਮੈਂਟ ਵਾਲੇ ਮਾਮੂਲੀ ਕ੍ਰਾਈਮ ਦੇ ਮੁਤਲਕ ਇਹ ਜਿਹੜੀਆਂ ਨੇ ਬਰਬਾਦ ਹੋ। ਸੋ ਚੰਦ ਪਲ ਦਾ ਗੁੱਸਾ ਜਿਹੜਾ ਉਹ ਜ਼ਿੰਦਗੀਆਂ ਬਰਬਾਦ ਕਰਕੇ ਰੱਖ ਦਿੰਦਾ। ਜੋ ਗੱਲ ਮੈਂ ਕਹੀ ਉਹੀ ਗੱਲ ਲਗਭਗ ਇਸ ਸੀਨੀਅਰ ਪੁਲਿਸ ਆਫਿਸਰ ਨੇ ਵੀ ਕਹੀ ਕਿ 5 ਜ਼ਿੰਦਗੀਆਂ ਖਰਾਬ ਹੋਈਆਂ ਨੇ, ਇੱਕ ਤਾਂ ਇਸ ਦੁਨੀਆ ਤੋਂ ਰੁਖਸਤ ਹੋ ਗਿਆ, 4 ਹੁਣ ਤਾਂ ਉਮਰ ਜੇਲ੍ਹ ਦੇ ਵਿੱਚ ਰਹਿਣਗੇ ਜਿਨ੍ਹਾਂ ਦੇ ਪਰਿਵਾਰ ਵਿਲਕਣ ਜੋਗੇ ਰਹਿ ਗਏ, ਰੋਣ ਜੋਗੇ ਰਹਿ ਗਏ। ਡਾਕਟਰ ਦਮਨ, ਤੁਹਾਡੀ ਯੂਨੀਵਰਸਿਟੀ ਦੇ ਵਿੱਚ ਹੀ ਇਹ ਇੰਨਾ ਵੱਡਾ ਕਾਂਡ ਹੋਇਆ ਸੀਗਾ, ਉਹੀ ਗੱਲ ਸਾਹਮਣੇ ਆਉਂਦੀ ਹੈ ਕਿ ਹੀਟ ਆਫ ਦਾ ਮੂਮੈਂਟ ਉਹ ਜਿਹੜਾ ਕਿ ਕਿਸੇ ਦੀ ਗੱਲ ਨਾ ਸੁਣਨ ਦਾ ਜਿਹੜੀ ਉਹ ਹੈਗੀ ਹੈ ਚੀਜ਼, ਉਹ ਕੁਝ ਵੀ ਕਰਾ ਸਕਦੀ ਹੈ। ਫਿਰ ਤੁਹਾਨੂੰ ਕੀ ਲੱਗਦਾ ਹੈ ਕਿ ਜਾਂਦੇ ਜਾਂਦੇ ਇੱਕ ਮੈਸੇਜ ਪੇਰੈਂਟਸ ਲਈ ਕੀ ਹੋਣਾ ਚਾਹੀਦਾ, ਪਰਿਵਾਰਾਂ ਲਈ ਕੀ ਹੋਣਾ ਚਾਹੀਦਾ ਕਿ ਜਦੋਂ ਤੁਹਾਡਾ ਬੱਚਾ ਘਰੋਂ ਨਿਕਲੇ ਤਾਂ ਉਹਨੂੰ ਘੱਟੋ ਘੱਟ ਕੀ ਸਮਝਾ ਕੇ ਭੇਜੀਏ ਕਿ ਘਰ ਉਹ ਸਹੀ ਸਲਾਮਤ ਵਾਪਸ ਆ ਸਕੇ? ਦੇਖੋ ਇਹ ਤਾਂ ਸਾਰੇ ਪੇਰੈਂਟਸ ਲਈ ਇੱਕ ਚੈਲੰਜ ਹੈ, ਨਾਟ ਓਨਲੀ ਫॉर ਪੇਰੈਂਟਸ, ਈਵਨ ਐਜ਼ ਐਜੂਕੇਸ਼ਨਿਸਟ ਵੀ ਸਾਨੂੰ ਲੱਗਦਾ ਹੈ ਕਿ ਵੀ ਹੈਵ ਟੂ ਇਨਸ਼ੋਰ ਦ ਸੇਫਟੀ ਆਫ ਆਰ ਸਟੂਡੈਂਟਸ। ਤੇ ਆਈ ਵੁੱਡ ਸੇ ਕਿ ਬੱਚਿਆਂ ਨੂੰ ਇਮੋਸ਼ਨਲ ਐਜੂਕੇਸ਼ਨ ਦੀ ਰਿਕੁਆਇਰਮੈਂਟ ਹੈ ਅੱਜ ਦੇ ਦੌਰ ਦੇ ਵਿੱਚ। ਟੂ ਬੀ ਸਕਸੈਸਫੁਲ ਇਨ ਲਾਈਫ ਐਂਡ ਐਕਚੁਅਲੀ ਟੂ ਲਿਵ ਲਾਈਫ ਵੀ ਨੀਡ ਟੂ ਹੈਵ EQ ਕਿ ਅਸੀਂ ਜਿਹੜੀਆਂ ਵੀ ਕੌਨਫਲਿਕਟ ਸਿਚੁਏਸ਼ਨਸ ਨੇ ਉਹਨੂੰ ਕਿਸ ਤਰ੍ਹਾਂ ਹੈਂਡਲ ਕਰ ਰਹੇ ਹਾਂ, ਕੋਈ ਵੀ ਅਗਰੈਸਿਵ ਮੂਵਮੈਂਟ ਹੈ ਉਹਨੂੰ ਕਿਸ ਤਰ੍ਹਾਂ ਅਸੀਂ ਚੈਨਲਾਈਜ਼ ਕਰ ਰਹੇ ਹਾਂ, ਜਾਂ ਇੱਕ ਜਿਹੜਾ ਇੱਕ ਕੌਨਫਲਿਕਟ ਹੈ ਹੋ ਰਿਹਾ, ਬਹੁਤ ਜ਼ਿਆਦਾ ਸਿਚੁਏਸ਼ਨ ਹੱਦੋਂ ਬਾਹਰ ਜਾ ਰਹੀ ਆ, ਉਸ ਟਾਈਮ ਤੇ ਅਸੀਂ ਉਹਨੂੰ ਕਿਸ ਤਰ੍ਹਾਂ ਬਹੁਤ ਰੈਸ਼ਨਲੀ ਇੱਕ ਡਿਸੀਜਨ ਲੈਂਦੇ ਆ ਸੋ ਦੈਟ ਕਿਸੇ ਦਾ ਵੀ ਨੁਕਸਾਨ ਨਾ ਹੋਵੇ। ਸੋ ਆਈ ਥਿੰਕ ਐਜ਼ ਪੇਰੈਂਟਸ ਵੀ ਨੀਡ ਟੂ ਕੀਪ ਔਨ ਰਿਮਾਈਂਡਿੰਗ ਦ ਚਿਲਡਰਨ ਕਿ ਆਪਾਂ ਕਿਸੇ ਵੀ ਅਨਨੈਸੈਸਰੀ ਕੌਨਫਲਿਕਟ ਦੇ ਵਿੱਚ ਪਾਰਟਿਸਿਪੇਟ ਨਹੀਂ ਕਰਨਾ, ਤੇ ਜੇ ਕੋਈ ਥੋੜੀ ਬਹੁਤੀ ਸਿਚੁਏਸ਼ਨ ਹੋ ਵੀ ਜਾਂਦੀ ਹੈ ਉਹਨੂੰ ਬਲੋ ਅਪ ਨਹੀਂ ਕਰਨਾ ਤੇ ਉਹਨੂੰ ਆਪਣੇ ਸੈਲਫ ਤੇ ਨਹੀਂ ਲੈਣਾ। ਕਈ ਵਾਰ ਬੱਚਿਆਂ ਦਾ ਕੌਨਫੀਡੈਂਸ ਘਟਿਆ ਹੁੰਦਾ ਹੈ, ਸੈਲਫ ਐਸਟੀਮ ਹਰਟ ਹੋ ਜਾਂਦੀ ਆ, ਉਹਨਾਂ ਨੂੰ ਲੱਗਦਾ ਮੇਰੀ ਬੇਇੱਜ਼ਤੀ ਹੋ ਗਈ। ਇਹ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਸਾਡੇ ਆਪਣੇ ਮਾਨਸਿਕਤਾ 'ਚ ਵੜੀਆਂ ਹੋਈਆਂ ਨਾ ਕਿ ਮੇਰੀ ਬੇਇੱਜ਼ਤੀ ਹੋ ਗਈ, ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ, ਆਈ ਥਿੰਕ ਵੀ ਸ਼ੁੱਡ ਡੀਲ ਵਿਦ ਦਿਸ ਕਿ ਇਹਨਾਂ ਚੀਜ਼ਾਂ ਨਾਲ ਕੋਈ ਬੇਇੱਜ਼ਤੀ ਇੱਜ਼ਤ ਵਾਲੀ ਕੋਈ ਗੱਲ ਨਹੀਂ ਹੈ। ਬੇਇੱਜ਼ਤੀ ਇੱਜ਼ਤ ਹੁੰਦੀ ਹੈ ਜਦੋਂ ਅਸੀਂ ਕੁਝ ਕਿਸੇ ਦਾ ਨੁਕਸਾਨ ਕਰਦੇ ਆ, ਜਾਨੀ ਮਾਲੀ ਨੁਕਸਾਨ ਕਰਦੇ ਆ। ਜਿਹੜੀ ਡੈਫੀਨੇਸ਼ਨ ਹੈ ਨਾ ਬੇਇੱਜ਼ਤੀ ਦੀ ਉਹ ਸਾਨੂੰ ਰੀਰਾਈਟ ਕਰਨੀ ਪਏਗੀ ਕਿ something which is in conflict with the law, ਜਾਂ ਅਸੀਂ ਕਿਸੇ ਆਪਣੇ ਸੀਨੀਅਰਸ ਦੇ ਨਾਲ ਕੁਝ ਉਹਨਾਂ ਨਾਲ ਅਪਮਾਨਜਨਕ ਬੋਲਦੇ ਆ, ਉਹ ਬੇਇੱਜ਼ਤੀ ਦੀ ਗੱਲ ਹੈ। ਸੋ ਵੀ ਹੈਵ ਟੂ ਐਜੂਕੇਟ ਆਰ ਚਿਲਡਰਨ ਕਿ ਕਿਸੇ ਦੇ ਘੂਰ ਕੇ ਦੇਖਣ ਨਾਲ ਜਾਂ ਕਿਸੇ ਦੇ ਤੁਹਾਨੂੰ ਇੱਕ ਛੋਟੀ ਜੀ ਗੱਲ ਕਹਿਣ ਨਾਲ ਬੇਇੱਜ਼ਤੀ ਨਹੀਂ ਹੁੰਦੀ। ਸੋ ਯੂ ਹੈਵ ਟੂ ਬੀ ਵੈਰੀ ਪੇਸ਼ੈਂਟ, ਕਿਉਂਕਿ ਜੇ ਉਹ ਗੱਲ ਤੁਸੀਂ ਆਪਣੇ ਸਿਰ ਤੇ ਦਿਮਾਗ ਦੇ ਵਿੱਚ ਲੈ ਗਏ ਤਾਂ ਉਹਦਾ ਭੁਗਤਾਨ ਤੁਹਾਨੂੰ ਸਾਰੀ ਉਮਰ ਕਰਨਾ ਪੈਂਦਾ ਹੈ। ਡਾਕਟਰ ਇੰਦਰਜੀਤ ਸਿੰਘ, ਜਾਂਦੇ ਜਾਂਦੇ ਇੱਕ ਮੈਂ ਤੁਹਾਡੇ ਤੋਂ ਵੀ ਸਮਝਣਾ ਚਾਹਾਂਗਾ ਕਿ ਕੀ ਤੁਹਾਨੂੰ ਲੱਗਦਾ ਕਿ ਥੋੜੀ ਜਿਹੀ ਜ਼ਿੰਮੇਵਾਰੀ ਸਾਡੇ ਪ੍ਰਚਾਰਕਾਂ ਦੀ ਵੀ ਹੋਣੀ ਚਾਹੀਦੀ ਹੈ, ਸਾਡੇ ਰਾਗੀ ਸਿੰਘਾਂ ਦੀ, ਸਾਡੇ ਕਥਾਵਾਚਕਾਂ ਦੀ ਵੀ ਹੋਣੀ ਚਾਹੀਦੀ ਹੈ, ਭਾਵੇਂ 30 ਸੈਕਿੰਡ ਹੀ ਸਹੀ, ਨੌਜਵਾਨੀ ਨੂੰ ਇੱਕ ਸਹੀ ਸੇਧ ਅਸੀਂ ਹਰ ਥਾਂ ਤੇ ਜਿੱਥੇ ਵੀ ਸਮਾਗਮ ਹੋਣ ਦੇ ਕੇ ਜਾਈਏ। 100 ਨਾ ਅਸੀਂ 100 ਦੇ ਵਿੱਚੋਂ ਇੱਕ ਵੀ ਜੇਕਰ ਉਹ ਗੱਲ ਨੂੰ ਮੰਨ ਲੈਂਦਾ, ਘਰ ਕਰ ਲੈਂਦਾ, ਤਾਂ ਸਾਨੂੰ ਲੱਗੇਗਾ ਅਸੀਂ ਕਾਮਯਾਬ ਹੋ ਰਹੇ ਹਾਂ। ਬਿਲਕੁਲ ਜੀ, ਕਿਉਂਕਿ ਬਹੁਤ ਸਾਰੇ ਕੈਂਪ ਵੀ ਲੱਗਦੇ ਆ, ਸੰਸਥਾਵਾਂ ਲਾਉਂਦੀਆਂ ਵੀ ਆ। ਮੈਂ ਸਮਝਦਾ ਇਹਨੂੰ ਆਪਾਂ ਨੂੰ ਹੋਰ ਵਧਾਉਣਾ ਪਏਗਾ। ਮਾਂ-ਬਾਪ ਵੀ ਕਿਉਂਕਿ ਖਤਰਨਾਕ ਵਕਾਰ, ਕ੍ਰੋਧ ਤੇ ਹੰਕਾਰ ਹੀ ਆ। ਹੁਣ ਅਸੀਂ ਕ੍ਰੋਧ ਤੇ ਹੰਕਾਰ ਦਾ ਹੀ ਆ ਨਤੀਜਾ ਸਾਰਾ ਭੁਗਤ ਰਹੇ ਆ, ਜਿਹੜਾ ਸਤਿਗੁਰੂ ਕਹਿਣੇ ਤੋਂ ਬਚਣਾ ਪੈਣਾ, ਇਹਨੂੰ ਮਾਰ ਕੇ ਰੱਖਣਾ ਪੈਣਾ। ਔਰ ਇਹਨਾਂ ਬੱਚਿਆਂ ਨੂੰ ਨਿਊਜ਼ ਵੀ ਜ਼ਰੂਰ ਵਿਖਾਈਆਂ ਜਾਣ ਘਰਦਿਆਂ ਨੂੰ ਕਿ ਆਹ ਦੁੱਖ ਮੁੜ ਕੇ ਭੋਗਣੇ ਵੀ ਪੈਂਦੇ ਆ। ਮੈਂ ਕਹਿੰਦਾ ਹੁੰਦਾ ਕਿ ਆਹ ਫਿਲਮਾਂ ਇਹੋ ਜਿਹੀਆਂ ਜ਼ਰੂਰ ਹੋਣ ਜਿਹੜੇ ਆ ਕੈਦੀ ਕਸ਼ਟ ਕੱਟਦੇ ਆ ਨਾ, ਬੱਚਿਆਂ ਨੂੰ ਪਤਾ ਲੱਗੇ ਕਿ ਆਹ ਗਲਤੀ ਕਰਕੇ ਆਹ ਕੁਝ ਭੁਗਤਣਾ ਵੀ ਪੈ ਸਕਦਾ। ਇਹਨਾਂ ਨੂੰ ਇੰਨੀ ਚੇਤਨਤਾ ਜ਼ਰੂਰ ਹੋਵੇ ਕਿ ਇਹ ਜ਼ਰੂਰੀ ਹੈ ਕਿ ਤਾਂ ਕਿ ਇਹਨਾਂ ਇਹ ਗਲਤੀ ਕਰਨ ਤੋਂ ਘੱਟੋ ਘੱਟ ਸੋਚਣ 10 ਵਾਰੀ ਕਿ ਜੇ ਸਾਡੇ ਕੋਲੋਂ ਗਲਤੀ ਹੋਊਗੀ ਤੇ ਆਹ ਜ਼ਿੰਦਗੀ ਬਰਬਾਦ ਹੋ ਜਾਏਗੀ। ਇਸੇ ਕਰਕੇ ਅਸੀਂ ਇਹ ਪ੍ਰੋਗਰਾਮ ਲੈ ਕੇ ਆਏ ਹਾਂ, ਉਹਨਾਂ ਦੇ ਮਾਪੇ ਵੀ ਦਿਖਾਏ ਨੇ ਕਿ ਲੋਕਾਂ ਨੂੰ ਥੋੜੀ ਜਿਹੀ ਸੋਝੀ ਆ ਸਕੇ, ਉਹਨਾਂ ਨੌਜਵਾਨਾਂ ਨੂੰ ਪਤਾ ਲੱਗ ਸਕੇ ਕਿ ਤੁਸੀਂ ਜੋ ਕਾਰਾ ਕਰ ਦਿੰਦੇ ਹੋ ਬਾਅਦ ਚੋਂ ਕਿੱਡਾ ਵੱਡੇ ਵੈਣ ਪੈਂਦੇ ਨੇ, ਘਰਾਂ ਦੇ ਘਰ ਖਤਮ ਹੋ ਜਾਂਦੇ ਨੇ। ਬਿਲਕੁਲ ਜੀ, ਚਲੋ ਬਹੁਤ ਬਹੁਤ ਧੰਨਵਾਦ। ਜਾਂਦੇ ਜਾਂਦੇ ਅਸੀਂ ਕੁਝ ਤਸਵੀਰਾਂ ਆਪਣੇ ਦਰਸ਼ਕਾਂ ਨੂੰ ਜ਼ਰੂਰ ਦਿਖਾ ਦਿੰਦੇ ਹਾਂ, ਕਿਉਂਕਿ ਇਹ ਤਸਵੀਰਾਂ ਭਾਵੇਂ ਕੁਝ ਲੋਕ ਕਹਿਣ ਕਿ ਇਹ ਤਾਂ ਬਹੁਤ ਵਧੀਆ ਤਸਵੀਰਾਂ ਨੇ, ਪਰ ਯਕੀਨ ਮੰਨਿਓ ਕਿ ਇਹਨਾਂ ਤਸਵੀਰਾਂ ਦਾ ਜਿਹੜਾ ਨਤੀਜਾ ਹੁੰਦਾ ਕੋਈ ਬਹੁਤਾ ਸੁਖਾਲਾ ਨਹੀਂ ਹੁੰਦਾ।
ਸੋ ਜਾਂਦੇ ਜਾਂਦਿਆਂ ਸਾਡੀ ਸਾਰੇ ਮਾਪਿਆਂ ਨੂੰ ਅਪੀਲ, ਸਾਰੇ ਨੌਜਵਾਨਾਂ ਨੂੰ ਇਹੀ ਅਪੀਲ ਹੈ ਕਿ ਆਪਾਂ ਥੋੜੇ ਠਰਮੇ ਦੇ ਵਿੱਚ ਰਹੀਏ, ਕਿਉਂਕਿ ਅਸੀਂ ਨਤੀਜੇ ਲਗਾਤਾਰ ਦੇਖ ਰਹੇ ਹਾਂ ਕਿ ਗੁੱਸੇ ਦੇ ਅਸਹਿਣਸ਼ੀਲਤਾ ਦੇ ਨਤੀਜੇ ਕੀ ਨਿਕਲ ਕੇ ਆ ਰਹੇ ਨੇ। ਤੁਸੀਂ ਹੀਟ ਆਫ ਦਾ ਮੋਮੈਂਟ ਦੇ ਵਿੱਚ ਕੋਈ ਵੱਡਾ ਵੱਡਾ ਕਾਂਡ ਕਰ ਜਾਂਦੇ ਹੋ, ਪਰ ਪਿੱਛੇ ਦੁੱਖ ਤਕਲੀਫ ਹੀ ਰਹਿ ਜਾਂਦੀ ਹੈ। ਘਰ ਦੇ ਮਾਪੇ ਰੋਣ ਜੋਗੇ ਰਹਿ ਜਾਂਦੇ ਨੇ। ਅਨੰਦਪੁਰ ਸਾਹਿਬ ਦੇ ਵਿੱਚ ਉਹ ਮਾਤਾ ਦਾ ਦੁੱਖ ਦੇਖਿਆ ਨਹੀਂ ਜਾਂਦਾ, ਜਿੱਥੇ ਉਹ ਵਾਰ-ਵਾਰ ਕਹਿ ਰਹੇ ਨੇ ਕਿ ਮੈਨੂੰ ਵੀ ਆਪਣੇ ਨਾਲ ਲੈ ਜਾ। ਪਟਿਆਲਾ ਦੇ ਵਿੱਚ 20 ਸਾਲ ਦਾ ਨੌਜਵਾਨ ਜਿਹੜਾ ਪਰ ਜਵਾਨੀ ਦੇ ਵਿੱਚ ਸਿਰਫ 500 ਰੁਪਏ ਪਿੱਛੇ ਕਤਲ ਕਰ ਦਿੱਤਾ ਗਿਆ। ਸੋ ਅਜਿਹੀਆਂ ਚੀਜ਼ਾਂ ਨੇ ਜਿਹੜੀਆਂ ਸਿਰਫ ਰੋਣ ਤੇ ਪਛਤਾਵਾ ਪੱਲੇ ਰਹਿ ਜਾਂਦਾ, ਹੋਰ ਕੁਝ ਬਾਕੀ ਨਹੀਂ ਬਚਦਾ। ਦੇਸ਼ ਤੋਂ ਬਾਕੀ ਖਬਰਾਂ ਲਈ ਬਣੇ ਰਹੋ PDC ਨਿਊਜ਼ ਦੇ ਨਾਲ। ਧੰਨਵਾਦ।